ਸਤਿਨਾਮ ਵਾਹਿਗੁਰੂ। ਗੁਰ ਗੋਬਿੰਦ ਗੋਪਾਲ ਗੁਰ, ਗੁਰ ਪੂਰਨ ਨਾਰਾਇਣ ਹੈ। ਗੁਰ ਦਇਆਲ ਸਮਰੱਥ ਗੁਰ, ਗੁਰ ਨਾਨਕ ਪਤਿਤ ਉਦਾਹਰਣ ਹੈ। ਜਾਂ ਕੋ ਹਰ ਰੰਗ ਲਾਗੋ ਇਸ ਜੁਗ ਮਹਿ, ਸੋ ਕਹੀਅਤ ਹੈ ਸੂਰਾ। ਆਤਮ ਜਿਣੈ ਸਗਲ ਵਸ ਤਾਕੈ, ਜਾ ਕਾ ਸਤਿਗੁਰ ਪੂਰਾ। ਧਨ ਜੀਉ ਤਿਹ ਕੋ ਜਗ ਮੈਂ, ਮੁਖ ਤੇ ਹਰ ਚਿਤ ਮੈਂ ਜੁਧ ਵਿਚਾਰੈ। ਦੇਹ ਅਨਿਤ ਨ ਨਿਤ ਰਹੈ, ਜਸ ਨਾਵ ਚੜ੍ਹੈ ਭਵ ਸਾਗਰ ਤਾਰੈ। ਸੱਜਣ ਸੱਚਾ ਪਾਤਸ਼ਾਹ, ਸਿਰ ਸ਼ਾਹਾਂ ਦਾ ਸ਼ਾਹੋ। ਜਿਸ ਪਾਸ ਬੈਠਿਆ ਸੋਹੀਐ, ਸਭਨਾ ਦਾ ਵਿਸਾਹੋ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪੰਜਵਾ। ਠਾਂਡ ਪਾਈ ਕਰਤਾਰੇ, ਤਾਪ ਛੋੜ ਗਿਆ ਪਰਵਾਰੇ। ਗੁਰ ਪੂਰੈ ਹੈ ਰਾਖੀ, ਸਰਣ ਸੱਚੇ ਕੀ ਤਾਕੀ। ਠਾਡ ਪਾਈ ਕਰਤਾਰੇ, ਤਾਪ ਛੋੜ ਗਿਆ ਪਰਵਾਰੇ। ਗੁਰ ਪੂਰੈ ਹੈ ਰਾਖੀ, ਸਰਣ ਸੱਚੇ ਕੀ ਤਾਕੀ। ਪਰਮੇਸ਼ਰ ਆਪ ਹੁਆ ਰਖਵਾਲਾ, ਸ਼ਾਂਤ ਸਹਿਜ ਸੁਖ ਖਿਨ ਮਹਿ ਉਪਜੇ। ਮਨ ਹੋਆ ਸਦਾ ਸੁਖਾਲਾ, ਰਹਾਉ ਹਰ ਹਰ ਨਾਮ ਦਿਓ ਦਾਰੂ। ਤਿਨ ਸਗਲਾ ਰੋਗ ਬੇਦਾਰੂ। ਆਪਣੀ ਕਿਰਪਾ ਧਾਰੀ, ਤਿਨ ਸਗਲੀ ਬਾਤ ਸਵਾਰੀ। ਪ੍ਰਭ ਆਪਣਾ ਬਿਰਦ ਸਮਾਰਿਆ, ਹਮਰਾ ਗੁਣ ਅਵਗੁਣ ਨਾ ਵਿਚਾਰਿਆ।
ਗੁਰ ਕਾ ਸ਼ਬਦ ਭਇਓ ਸਾਖੀ, ਤਿਨ ਸਗਲੀ ਲਾਜ ਰਾਖੀ। ਬੁਲਾਇਆ ਬੋਲੀ ਤੇਰਾ, ਤੂੰ ਸਾਹਿਬ ਗੁਣੀ ਗਹਿਰਾ। ਜਪ ਨਾਨਕ ਨਾਮ ਸੱਚ ਸਾਖੀ, ਆਪਣੇ ਦਾਸ ਕੀ ਪੈਜ ਰਾਖੀ। ਬੁਲਾਇਆ ਬੋਲੀ ਤੇਰਾ, ਤੂੰ ਸਾਹਿਬ ਗੁਣੀ ਗਹਿਰਾ। ਜਪ ਨਾਨਕ ਨਾਮ ਸੱਚ ਸਾਖੀ, ਆਪਣੇ ਦਾਸ ਕੀ ਪੈਜ ਰਾਖੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਰੂਪ ਖਾਲਸਾ ਸਾਧ ਸੰਗਤ ਜੀ, ਆਪ ਸਰਬੱਤ ਸੰਗਤਾਂ ਵੱਡਿਆਂ ਭਾਗਾਂ ਵਾਲੇ ਹੋ। ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਅਸਥਾਨ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਦਰਸ਼ਨ ਇਸ਼ਨਾਨ ਕਰਨ ਦੇ ਲਈ ਹਾਜ਼ਰੀਨ ਹੋਏ ਹੋ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਆਪ ਸੰਗਤ ਦੇ ਭਲੇ ਹਿੱਤ ਨਿਤਾ ਪ੍ਰਤੀ ਸ੍ਰੀ ਹਰਿਮੰਦਰ ਸਾਹਿਬ ਵਿਖੇ ਪ੍ਰਕਾਸ਼ਵਾਨ ਹੋ ਕਰਕੇ ਤੁਰਕੀ ਬਾਣੀ ਦਾ ਫੁਰਮਾਨ ਪ੍ਰਗਟ ਕਰਦੇ ਹਨ। ਉਸ ਫੁਰਮਾਨ ਦੀ ਅਗੰਮੀ ਵਿਆਖਿਆ ਸਾਹਿਬ ਸੱਚੇ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਪਾਵਨ ਅਸਥਾਨ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਤੋਂ ਆਪ ਸੰਗਤਾਂ ਸਰਵਣ ਕਰਦੇ ਹੋ। ਆਓ ਗੁਰਾਂ ਕੀ ਇਸ ਬਾਣੀ ਦੇ ਨਾਲ ਜੁੜ ਕਰਕੇ ਆਪਣੇ ਸਮੇਂ ਨੂੰ ਜੀਵਨ ਨੂੰ ਸਫਲਾ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪੰਜਵਾ। ਠਾਂਡ ਪਾਈ ਕਰਤਾਰੇ। ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਪਰਮਾਤਮਾ ਦੇ ਪੰਜਵੇਂ ਸਰਗੁਣ ਸਰੂਪ ਇਹ ਬਾਣੀ ਆਪਣੇ ਗਲੂਏ ਮੁਬਾਰਕ ਚੋਂ ਪ੍ਰਗਟ ਕਰਦੇ ਨੇ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਵਿੱਤਰ 622 ਅੰਗ ਉੱਪਰ ਦਰਜ ਹੈ। ਰਾਗ ਸੋਰਠ ਹੈ। ਮਹਾਰਾਜ ਇੱਥੇ ਹੁਕਮ ਕਰਦੇ ਨੇ, ਪਰਮਾਤਮਾ ਜੋ ਬੇਅੰਤ ਹੈ, ਦੁਨੀਆ ਦਾ ਕਰਤਾ ਹੈ, ਰਚਨਹਾਰ ਹੈ। ਜੋ ਵੀ ਉਸ ਦੇ ਗੀਤ ਗਾਉਂਦਾ ਹੈ ਉਹਦੇ ਜੀਵਨ ਵਿੱਚ ਠੰਡ ਵਰਤਦੀ ਹੈ, ਚਿੰਤਾ ਮਿਟਦੀ ਹੈ, ਤਪਸ਼ ਮਿਟਦੀ ਹੈ, ਸਰੀਰ ਦੇ ਰੋਗ ਮਿਟਦੇ ਨੇ, ਮਨ ਦੀਆਂ ਚਿੰਤਾਵਾਂ ਮਿਟ ਜਾਂਦੀਆਂ ਨੇ। ਦੇਖੋ, ਹਰ ਸ਼ਬਦ ਦੀ ਕੋਈ ਨਾ ਕੋਈ ਉਥਾਨਕਾ ਹੈ, ਕੋਈ ਨਾ ਕੋਈ ਸਾਖੀ ਪ੍ਰਚਲਿਤ ਹੈ, ਕਿਸ ਕਾਰਨ ਉਹ ਸ਼ਬਦ ਪ੍ਰਗਟ ਹੋਇਆ। ਸਾਖੀ ਤੋਂ ਲਹਿਦਾ ਇਹ ਬਾਣੀ ਸਮੁੱਚੀ ਮਾਨਵਤਾ ਦੀ ਭਲਾਈ ਦੇ ਲਈ ਹੈ।
ਇਸ ਸ਼ਬਦ ਦੇ ਪਿੱਛੇ ਜੋ ਇਤਿਹਾਸ ਹੈ ਆਪ ਸੰਗਤਾਂ ਸਰਵਣ ਕਰਦੇ ਰਹਿੰਦੇ ਹੋ। ਗੁਰੂ ਅਰਜਨ ਸਾਹਿਬ ਦੇ ਲਖਤੇ ਜਿਗਰ ਫਰਜ਼ੰਦ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ, ਜਿਨ੍ਹਾਂ ਨੂੰ ਬੜਾ ਘਾਤਕ ਬੁਖਾਰ ਚੜਿਆ ਔਰ ਪਰਿਵਾਰ ਦੇ ਵਿੱਚ ਚਿੰਤਾ ਸੀ, ਸਿੱਖ ਸੇਵਕ ਚਿੰਤਾ ਦੇ ਵਿੱਚ ਨੇ। ਗੁਰੂ ਅਰਜਨ ਸਾਹਿਬ ਕਹਿੰਦੇ ਗੁਰੂ ਨਾਨਕ ਸਾਹਿਬ ਦੀ ਪਰਮੇਸ਼ਵਰ ਦੀ ਕਿਰਪਾ ਹੋਈ, ਤਾਪ ਲੱਥ ਗਿਆ, ਪਰਿਵਾਰ ਦੇ ਵਿੱਚ ਸਿੱਖ ਸੇਵਕਾਂ ਦੇ ਵਿੱਚ ਠੰਡ ਵਰਸੀ ਹੈ, ਸਾਰੇ ਆਨੰਦਿਤ ਹੋਏ ਨੇ, ਖੇੜੇ ਦੇ ਸਹਿਤ ਨੇ। ਅੱਗੇ ਗੁਰੂ ਸਾਹਿਬ ਹੁਕਮ ਕਰਦੇ ਹਨ, ਤਾਪ ਛੋੜ ਗਿਆ ਪਰਵਾਰੇ। ਹੁਣ ਗੁਰੂ ਹਰਗੋਬਿੰਦ ਸਾਹਿਬ ਦਾ ਤਾਪ ਤੇ ਲੱਥਾ ਹੀ ਹੈ, ਜੋ ਪਰਿਵਾਰ ਦੇ ਵਿੱਚ ਚਿੰਤਾ ਦਾ ਤਾਪ ਚੜਿਆ ਸੀ। ਜੋ ਸਿੱਖ ਸੇਵਕ ਚਿੰਤਾ ਦੇ ਸਹਿਤ ਸਨ, ਮਹਾਰਾਜ ਕਹਿੰਦੇ ਨੇ ਉਹਨਾਂ ਦੀ ਚਿੰਤਾ ਮਿਟ ਗਈ। ਸਾਡੇ ਪਰਿਵਾਰ ਨੂੰ, ਭਾਵ ਸਿੱਖਾਂ ਸੇਵਕਾਂ ਨੂੰ ਤਾਪ ਨੇ ਛੱਡ ਦਿੱਤਾ ਹੈ। ਦੁਨਿਆਵੀ ਲੋਕਾਂ ਲਈ ਇਹ ਉਪਦੇਸ਼ ਹੈ ਵੀ ਜਿਹੜਾ ਸਾਨੂੰ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਦਾ ਤਾਪ ਚੜਿਆ ਰਹਿੰਦਾ ਹੈ ਨਾ, ਪਰਮਾਤਮਾ ਦੀ ਬਖਸ਼ਿਸ਼ ਹੋਵੇ, ਨਾਮ ਦੇ ਅਭਿਆਸ ਦੇ ਨਾਲ ਇਹ ਤਾਪ ਗਲੋਂ ਲਹਿੰਦਾ ਹੈ, ਵਿਕਾਰ ਗਲੋਂ ਲਹਿੰਦੇ ਨੇ, ਇਹ ਤਪਸ਼ ਮਿਟਦੀ ਹੈ, ਫਿਰ ਜੀਵਨ ਦੇ ਵਿੱਚ ਠੰਡਕ ਫੈਲਦੀ ਹੈ, ਖੁਸ਼ੀਆਂ ਖੇੜੇ ਪ੍ਰਾਪਤ ਹੋ ਜਾਂਦੇ ਹਨ। ਗੁਰ ਪੂਰੈ ਹੈ ਰਾਖੀ। ਮਹਾਰਾਜ ਕਹਿੰਦੇ ਨੇ ਪੂਰੇ ਗੁਰੂ ਰਾਮਦਾਸ, ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਰੱਖਿਆ ਕਰਨੀ ਕੀਤੀ ਹੈ, ਕਿਰਪਾ ਕਰਨੀ ਕੀਤੀ ਹੈ, ਆਪਣੇ ਸੇਵਕਾਂ ਦੇ ਉੱਤੇ ਪੈਜ ਰੱਖਦੇ ਹਨ। ਸਰਣ ਸੱਚੇ ਕੀ ਤਾਕੀ। ਇਹ ਗੁਰਾਂ ਦੀ ਜਦੋਂ ਸੰਗਤ ਹੁੰਦੀ ਹੈ ਫਿਰ ਇਹ ਸਮਝ ਪੈਂਦੀ ਹੈ ਵੀ ਪਰਮਾਤਮਾ ਦੀ ਸ਼ਰਨ ਰਹਿ ਕੇ ਹੀ ਤਾਪ, ਰੋਗ, ਸੋਗ ਮਿਟਦੇ ਨੇ। ਗੁਰਾਂ ਦੀ ਸੰਗਤ ਕਰਕੇ ਹੀ ਸੱਚੇ ਦੀ ਸ਼ਰਨ ਗ੍ਰਹਿਣ ਹੁੰਦੀ ਹੈ, ਜੋ ਪਰਮੇਸ਼ਵਰ ਹੈ। ਸੋ ਮਹਾਰਾਜ ਕਹਿੰਦੇ ਨੇ ਗੁਰੂ ਦੀ ਸਿੱਖਿਆ ਹੀ ਇਹ ਸਮਝ ਬਖਸ਼ਦੀ ਹੈ ਵੀ ਪਰਮਾਤਮਾ ਦੀ ਸ਼ਰਨ ਜਾ ਕਰਕੇ ਜੀਵਨ ਵਿੱਚੋਂ ਤਪਸ਼ ਮਿਟੇਗੀ, ਰੋਗ ਸੋਗ ਮਿਟਣਗੇ। ਪਰਮੇਸ਼ਰ ਆਪ ਹੁਆ ਰਖਵਾਲਾ। ਆਪਣੇ ਪਿਆਰਿਆਂ ਦਾ ਫਿਰ ਜੋ ਸਿਰ ਦਾ ਸਾਈਂ ਹੈ, ਜੋ ਪਰਮੇਸ਼ਵਰ ਹੈ, ਉਹ ਰੱਖਿਆ ਕਰਨ ਵਾਲਾ ਹੋ ਨਿਬੜਦਾ ਹੈ। ਜੋ ਜਗਤ ਦਾ ਪ੍ਰਤਪਾਲਕ ਹੈ, ਸਭ ਤੋਂ ਵੱਡਾ ਹੈ, ਪਰਮ ਹੈ, ਈਸ਼ਵਰ ਹੈ, ਮਾਇਆ ਦੇ ਸਹਿਤ ਹੈ। ਮਹਾਰਾਜ ਕਹਿੰਦੇ ਉਹ ਆਪਣੇ ਦਰ ਤੇ ਆਏ ਦੀਨਾਂ ਦੀ ਰੱਖਿਆ ਕਰਦਾ ਹੈ। ਸ਼ਾਂਤ ਸਹਿਜ ਸੁਖ ਖਿਨ ਮਹਿ ਉਪਜੇ। ਮਨ ਹੋਆ ਸਦਾ ਸੁਖਾਲਾ। ਪਰਮਾਤਮਾ ਦੀ ਸ਼ਰਨ ਵਿੱਚ ਜਾਇਆ ਸ਼ਾਂਤੀ ਮਿਲਦੀ ਹੈ, ਮਨ ਦੀ ਭਟਕਣਾ ਮਿਟ ਜਾਂਦੀ ਹੈ, ਤਨ ਵੀ ਸ਼ਾਂਤ ਰਹਿੰਦਾ ਹੈ, ਰੋਗਾਂ ਤੋਂ ਬਚਿਆ ਰਹਿੰਦਾ ਹੈ, ਮਨ ਵੀ ਸ਼ਾਂਤ ਰਹਿੰਦਾ ਹੈ, ਚਿੰਤਾਵਾਂ ਤੋਂ ਰਹਿਤ ਹੋ ਜਾਂਦਾ ਹੈ। ਫਿਰ ਸਹਿਜ ਪ੍ਰਾਪਤ ਹੁੰਦਾ ਹੈ। ਸਹਿਜ ਗਿਆਨ ਨੂੰ ਵੀ ਕਿਹਾ ਹੈ। ਸਹਿਜ ਦਾ ਭਾਵ ਆਨੰਦ ਵੀ ਹੈ, ਖੁਸ਼ੀ ਵੀ ਹੈ, ਖੇੜੇ ਵੀ ਨੇ। ਪਰ ਮਹਾਰਾਜ ਕਹਿੰਦੇ ਨੇ ਮਨ ਵੀ ਸੁਖੀ ਹੋ ਜਾਂਦਾ ਹੈ, ਮਨ ਦੀਆਂ ਚਿੰਤਾਵਾਂ ਮਿਟ ਜਾਂਦੀਆਂ ਨੇ। ਐਸੀ ਕਿਰਪਾ ਪਰਮਾਤਮਾ ਦੇ ਦਰ ਤੇ ਹੁੰਦੀ ਹੈ। ਹਰ ਆਸ਼ਾ ਦੀ ਪੂਰਤੀ ਹੋ ਜਾਂਦੀ ਹੈ। ਸਦਾ ਹੀ ਜੀਵਨ ਦੇ ਵਿੱਚ ਆਖਣ ਲੱਗੇ ਫਿਰ ਸੁਖ ਰਹਿੰਦਾ ਹੈ, ਖੇੜੇ ਰਹਿੰਦੇ ਨੇ, ਖੁਸ਼ੀਆਂ ਰਹਿੰਦੀਆਂ ਹਨ। ਸੁੱਖਾਂ ਦਾ ਘਰ ਪਰਮਾਤਮਾ ਜਿਸ ਨੂੰ ਮਿਲ ਗਿਆ, ਉਹਦੇ ਜੀਵਨ ਵਿੱਚ ਫਿਰ ਦੁੱਖ ਨਹੀਂ ਰਹਿੰਦੇ। ਰਹਾਉ ਹਰ ਹਰ ਨਾਮ ਦੀਓ ਦਾਰੂ। ਜਦੋਂ ਗੁਰਾਂ ਦੀ ਸ਼ਰਨ ਜਾਂਦੇ ਹਾਂ
ਪਰਮਾਤਮਾ ਦਾ ਹਰਿਆਂ ਭਰਿਆਂ ਕਰਨ ਵਾਲਾ ਨਾਮ ਉਹ ਸਾਨੂੰ ਬਖਸ਼ਦੇ ਨੇ। ਇੱਥੇ ਲਫ਼ਜ਼ ਹੈ ਹਰ। ਸਿੱਖ ਜਗਤ ਨੇ ਹਰ ਮੰਨਿਆ ਹੈ ਜੋ ਸਭ ਨੂੰ ਹਰੇ ਕਰੇ। ਹਰੀਬ ਧਾਤੂ ਤੋਂ ਬਣਿਆ, ਦੁੱਖਾਂ ਨੂੰ ਹਰ ਲਵੇ। ਜੋ ਪਰਮਾਤਮਾ ਹੈ ਸਦੀ ਵੀ ਆਪ ਵੀ ਹਰਿਆ ਭਰਿਆ ਰਹਿੰਦਾ ਹੈ, ਮੌਜੂਦ ਰਹਿੰਦਾ ਹੈ, ਔਰ ਆਪਣੇ ਪਿਆਰਿਆਂ ਤੇ ਵੀ ਕਿਰਪਾ ਰੱਖਦਾ ਹੈ। ਸਨਾਤਨ ਮਤ ਵਾਲੇ ਵੀਰ ਹਰ ਕਹਿ ਦਿੰਦੇ ਨੇ ਵਿਸ਼ਨੂੰ ਮਹਾਰਾਜ ਨੂੰ, ਔਰ ਕਈ ਵਾਰ ਉਹ ਵਹਿਸਮ ਵੈਸੇ ਵਿੱਚ ਵੀ ਪੈ ਜਾਂਦੇ ਨੇ ਵੀ ਗੁਰੂ ਗ੍ਰੰਥ ਸਾਹਿਬ ਵਿੱਚ ਇਹ ਹਰ ਲਫ਼ਜ਼ ਵਿਸ਼ਨੂੰ ਲਈ ਆਇਆ ਹੈ। ਨਹੀਂ, ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਸ਼ੰਕਰ ਬਿਸ਼ਨ ਅਵਤਾਰ ਹਰ ਜਸ ਮੁਖ ਭਣਾ। ਜਿਹੜਾ ਸਾਡਾ ਹਰੀ ਹੈ, ਪਰਮਾਤਮਾ ਹੈ, ਉਹਦਾ ਜਪ ਵਿਸ਼ਨੂੰ ਵੀ ਕਰਦੇ ਨੇ, ਸ਼ਿਵ ਜੀ ਮਹਾਰਾਜ ਵੀ ਕਰਦੇ ਨੇ, ਬ੍ਰਹਮਾ ਜੀ ਵੀ ਕਰਦੇ ਨੇ। ਭਾਵ ਉਹ ਇਹਨਾਂ ਤਿੰਨਾਂ ਮਹਾਨ ਦੇਵਤਿਆਂ ਨਾਲੋਂ ਵੀ ਉੱਤੇ ਹੈ। ਸੋ ਉਹ ਜਿਹੜਾ ਹਰਿਆ ਭਰਿਆ ਕਰਨ ਵਾਲਾ ਪਰਮਾਤਮਾ ਹੈ, ਦੀਨ ਦੁਨੀਆ ਦੇ ਮਾਲਕ ਕਹਿੰਦੇ ਨੇ ਉਹਦਾ ਨਾਮ ਦਾਰੂ ਵਰਗਾ ਹੈ। ਦਾਰੂ ਦਾ ਭਾਵ ਤੁਸੀਂ ਸਮਝਦੇ ਹੀ ਹੋ, ਔਖਦ ਨੂੰ ਕਹਿੰਦੇ ਨੇ, ਦਵਾਈ ਨੂੰ। ਪਰਮਾਤਮਾ ਦਾ ਨਾਮ ਹਰ ਰੋਗ ਦੀ ਦਵਾਈ ਹੈ। ਜਦੋਂ ਮੈਡੀਕਲ ਸਾਇੰਸ ਜਵਾਬ ਦੇ ਦਵੇ ਨਾ, ਫਿਰ ਰੱਬ ਦੇ ਗੀਤ ਗਾਈ ਸਭ ਰੋਗਾਂ ਦੀ ਉਹ ਨਿਵਰਤੀ ਕਰ ਦਿੰਦਾ ਹੈ। ਸੋ ਇਹ ਨਾਮ ਗੁਰਾਂ ਪਾਸੋਂ ਪ੍ਰਾਪਤ ਹੁੰਦਾ ਹੈ। ਤਿੰਨ ਸਗਲਾ ਰੋਗ ਬਿਦਾਰੂ। ਜਦੋਂ ਨਾਮ ਜਪੋਗੇ, ਜਿੰਨੇ ਵੀ ਜੀਵਨ ਦੇ ਵਿੱਚ ਰੋਗ ਨੇ, ਦਰਦ ਨੇ, ਬਿਮਾਰੀਆਂ ਨੇ, ਜਾਂ ਕੋਈ ਮਾਨਸਿਕ ਅਸਰ ਹੈ, ਕੋਈ ਭੂਤ ਪ੍ਰੇਤ ਚੰਬੜੇ ਨੇ, ਮਹਾਰਾਜ ਕਹਿੰਦੇ ਨੇ ਸਭੇ ਹੀ ਰੋਗਾਂ ਨੂੰ ਇਹ ਨਾਮ ਵਿਦਾਰਦਾ ਹੈ। ਵਿਦਾਰ ਦਾ ਭਾਵ ਹੈ ਵਿਦਾਰਨ ਕਰਨਾ, ਪਾੜ ਕੇ ਸੁੱਟ ਦੇਣਾ, ਖੁਰਾ ਖੋਜ ਮਿਟਾ ਦੇਣਾ। ਆਪਣੀ ਕਿਰਪਾ ਧਾਰੀ। ਪਰਮਾਤਮਾ ਦੀ ਸ਼ਰਨ ਜਾਓ, ਉਹ ਕਿਰਪਾ ਕਰ ਦੇਣ, ਫਿਰ ਰੋਗ ਸੋਗ ਮਿਟਣਗੇ। ਦੇਖੋ, ਆਪਾਂ ਸਾਰੇ ਹੀ ਉਹਦੇ ਗੀਤ ਗਾਉਂਦੇ ਹਾਂ। ਪ੍ਰਵਾਨ ਕਿਸ ਦੇ ਗੀਤ ਗਾਏ ਕਰੇਗਾ, ਇਹ ਉਹਦੀ ਮਰਜ਼ੀ ਹੈ। ਸੋ ਮਹਾਰਾਜ ਕਹਿੰਦੇ ਨੇ ਜਿਨ੍ਹਾਂ ਦੇ ਉੱਤੇ ਉਹਦੀ ਨਜ਼ਰ ਸਵੱਲੀ ਹੋ ਗਈ, ਪਰਮਾਤਮਾ ਨੇ ਜਿਨ੍ਹਾਂ ਦੇ ਉੱਤੇ ਮਿਹਰ ਕੀਤੀ, ਜਿਨ੍ਹਾਂ ਦੇ ਉੱਤੇ ਤਰਸ ਆਇਆ ਹੈ, ਤਿੰਨ ਸਗਲੀ ਬਾਤ ਸਵਾਰੀ। ਉਹਨਾਂ ਗੁਰਮੁਖ ਪਿਆਰਿਆਂ ਦੇ ਜੀਵਨ ਦੀ ਕਹਾਣੀ ਸੁੰਦਰ ਹੋ ਗਈ। ਸਭੋ ਕਾਰਜ ਸੌਰ ਗਏ, ਰਾਸ ਆ ਗਏ। ਉਹਨਾਂ ਦੇ ਜੀਵਨ ਵਿੱਚ ਵਿਘਨ ਨਾ ਰਹੇ, ਉਹਨਾਂ ਦੇ ਜੀਵਨ ਵਿੱਚ ਰੋਗ ਸੋਗ ਨਾ ਰਹੇ। ਪਰਮਾਤਮਾ ਦੀ ਨਜ਼ਰੇ ਨਿਆਮਤ ਹੇਠ ਜਿਹੜੇ ਆ ਗਏ, ਉਹਨਾਂ ਤੇ ਐਸੀ ਕਿਰਪਾ ਹੋਈ ਹੈ, ਫਿਰ ਤਾਪ ਮਿਟ ਗਏ, ਚਿੰਤਾ ਮਿਟ ਗਈ। ਉਹਨਾਂ ਦੇ ਜੀਵਨ ਵਿੱਚ ਠੰਡਕ ਹੀ ਠੰਡਕ ਹੈ। ਦੇਅਰ ਆਲ ਅਫੇਅਰਸ ਵਿਲ ਬੀ ਰਿਜ਼ੋਲਵਡ। ਸਭ ਵਿਘਨ ਉਹਨਾਂ ਦੇ ਵਿਨਾਸ਼ ਕਰ ਦਿੱਤੇ ਪਰਮਾਤਮਾ ਨੇ। ਰੱਬ ਆਪਣਾ ਬਿਰਦ ਸਮਾਰਿਆ। ਮਹਾਰਾਜ ਕਹਿੰਦੇ ਜੋ ਪ੍ਰਭਤਾ ਦੇ ਸਹਿਤ ਪਰਮਾਤਮਾ ਹੈ, ਉਹਦਾ ਇਹ ਬਿਰਦ ਹੈ, ਉਹਦਾ ਇਹ ਸੁਭਾਅ ਹੈ। ਕੀ ਸੁਭਾਅ ਹੈ ਜੀ? ਸ਼ਰਨ ਆਇਆਂ ਦੇ ਰੋਗ ਸੋਗ ਵਿਘਨ ਵਿਦਾਰ ਦਿੰਦਾ ਹੈ। ਉਹਦਾ ਇਹ ਮੁੱਢ ਕਦੀਮੀ ਸੁਭਾਅ ਰਿਹਾ ਹੈ, ਉਹਦੇ ਘਰ ਦੀ ਇਹ ਮਰਿਆਦਾ ਹੈ, ਉਹਦਾ ਇਹ ਸਿਧਾਂਤ ਹੈ। ਵੈਸੇ ਜੇ ਫਾਰਸੀ ਵਿੱਚ ਇਹਦੇ ਅਰਥ ਕਰੋ ਨਾ ਤੁਸੀਂ, ਵਿਰਧ ਲਫ਼ਜ਼ ਦੇ, ਤੇ ਮੁਰੀਦ ਨੂੰ ਕਹਿੰਦੇ ਨੇ, ਸਿੱਖ ਸਕੇ ਨੂੰ। ਸੋ ਪਰਮਾਤਮਾ ਦਾ ਕੋਈ ਵੀ ਜੋ ਵਿਰਧ ਹੈ, ਸੇਵਕ ਹੈ, ਉਹਦੇ ਰੋਗ ਸੋਗ ਪਰਮਾਤਮਾ ਮਿਟਾ ਦਿੰਦਾ ਹੈ। ਦੂਸਰਾ ਬਿਰਧ ਦਾ ਪੱਖ ਇਹ ਵੀ ਹੈ, ਉਹਦਾ ਸਿਧਾਂਤ, ਉਹਦੀ ਮਰਿਆਦਾ ਇਹ ਹੈ, ਉਹਦਾ ਸੁਭਾਅ ਕੁਝ ਐਸਾ ਹੈ, ਦਰ ਤੇ ਆਇਆਂ ਤੇ ਕਿਰਪਾ ਕਰਦਾ ਹੈ। ਇਹ ਆਪਣਾ ਫਰਜ਼ ਉਹ ਨਿਭਾਉਂਦਾ ਹੋਇਆ ਆਪਣੇ ਪਿਆਰਿਆਂ ਨੂੰ ਠੰਡਕ ਬਖਸ਼ਦਾ ਹੈ, ਸਹਿਜ ਗਿਆਨ ਸ਼ਾਂਤੀ ਬਖਸ਼ਦਾ ਹੈ। ਹਮਰਾ ਗੁਣ ਅਵਗੁਣ ਨਾ ਵਿਚਾਰਿਆ। ਔਰ ਉੱਥੇ ਨਿਮਰਤਾ ਨਾਲ ਸ਼ਰਨ ਜਾਣਾ ਪੈਂਦਾ ਹੈ। ਗੁਣਾਂ ਦਾ ਹੰਕਾਰ ਨਾ ਲਿਜਾਓ,
ਤੋ ਜੇ ਔਗਣ ਨੇ ਪਛਤਾਪ ਦੀ ਵੀ ਲੋੜ ਨਹੀਂ ਹੈ। ਪਰਮਾਤਮਾ ਦੀ ਸ਼ਰਨ ਜਿਹੜੇ ਚਲੇ ਜਾਂਦੇ ਨੇ ਉਹਨਾਂ ਨੂੰ ਨਜ਼ਾਤ ਬਖਸ਼ਦਾ ਹੈ, ਮੁਕਤੀ ਬਖਸ਼ਦਾ ਹੈ। ਹੁਣ ਦੇਖੋ, ਮਾਪਿਆਂ ਦਾ ਸੁਭਾਅ ਹੁੰਦਾ ਹੈ, ਕੁਝ ਬੱਚੇ ਵਿਗੜਾਲੂ ਹੁੰਦੇ ਨੇ, ਕੁਝ ਬੜੇ ਸੂਝਵਾਨ ਹੁੰਦੇ ਨੇ। ਤੋ ਇਹ ਜ਼ਰੂਰੀ ਨਹੀਂ ਵੀ ਗੁਣਵਾਨ ਨੂੰ ਹੀ ਮਾਪੇ ਗੱਲ ਨਾਲ ਲਾਉਂਦੇ ਨੇ। ਜੇ ਝਗੜਾਲੂ ਵਿਗੜਾਲੂ ਵੀ ਸ਼ਰਨ ਆਵੇ ਤੇ ਉਹਨੂੰ ਵੀ ਗੱਲ ਨਾਲ ਲਾ ਲੈਂਦੇ ਨੇ। ਔਗਣਾਂ ਨੂੰ ਮਿਟਾ ਕੇ ਪਰਮਾਤਮਾ ਗੁਣ ਬਖਸ਼ਦਾ ਹੈ। ਗੁਣਾਂ ਦਾ ਭਾਵ ਸਮਝਿਓ ਸਤ ਸੰਤੋਖ ਦਇਆ ਧਰਮ, ਜੋ ਸਾਡੇ ਵਿੱਚ ਸਿਫਤਾਂ ਨੇ, ਜੋ ਸਾਡੇ ਵਿੱਚ ਵਿਸ਼ੇਸ਼ਣ ਨੇ, ਜੋ ਸਾਡਾ ਸ਼ੀਲ ਸੰਤੋਖੀ ਸੁਭਾਅ ਹੈ। ਔਗਣ ਕਹਿ ਦਿੰਦੇ ਨੇ ਵਿਕਾਰਾਂ ਨੂੰ, ਕਾਮ ਕ੍ਰੋਧ ਲੋਭ ਮੋਹ ਹੰਕਾਰ ਈਰਖਾ ਆਦਿਕ। ਇਹ ਜਿੰਨੇ ਵੀ ਪਾਪ ਨੇ, ਔਗਣ ਨੇ, ਐਬ ਨੇ, ਅਪਰਾਧ ਨੇ, ਇਹਨਾਂ ਨੂੰ ਮਿਟਾ ਦਿੰਦਾ ਹੈ, ਗੁਣ ਬਖਸ਼ਦਾ ਹੈ, ਸੀਨੇ ਨਾਲ ਲਾ ਲੈਂਦਾ ਹੈ। ਗੁਰ ਕਾ ਸ਼ਬਦ ਭਇਓ ਸਾਖੀ। ਗੁਰੂ ਮਹਾਰਾਜ ਦਾ ਜਿਹੜਾ ਸ਼ਬਦ ਹੈ, ਜੋ ਪ੍ਰਮਾਤਮਾ ਦੀ ਉਸਤਤੀ ਹੈ, ਇਹਦੀ ਜੋ ਸਾਖੀ ਹੈ, ਭਾਵ ਸਿੱਖਿਆ ਹੈ, ਇਹ ਪ੍ਰਾਪਤ ਕਰੋ ਜੋ ਸ਼ਬਦ ਤੋਂ ਮਿਲਦੀ ਹੈ। ਤੋ ਮਹਾਰਾਜ ਕਹਿੰਦੇ ਨੇ ਜਿਹੜੇ ਸਿਖਿਆਰਤੀ ਬਣ ਗਏ, ਸ਼ਬਦ ਤੋਂ ਉਪਦੇਸ਼ ਜਿਨ੍ਹਾਂ ਨੇ ਲੈ ਲਿਆ, ਗੁਰੂ ਦੀ ਸ਼ਰਨ ਗ੍ਰਹਿਣ ਕਰ ਲਈ, ਉਹਨਾਂ ਤੇ ਹੀ ਪ੍ਰਮਾਤਮਾ ਦੀ ਕਿਰਪਾ ਹੋਈ ਹੈ। ਸਾਖੀ ਦੇ ਕਈ ਭਾਵ ਨੇ, ਗਵਾਹੀ ਨੂੰ ਵੀ ਕਹਿ ਦਿੰਦੇ ਨੇ। ਮਹਾਂਪੁਰਸ਼ਾਂ ਦੇ ਜੀਵਨ ਕਾਲ ਵਿੱਚ ਜੋ ਕੌਤਕ ਹੁੰਦੇ ਨੇ, ਕੋਈ ਕਵੀ ਜਨ ਅੱਖੀਂ ਦੇਖ ਕੇ ਉਹ ਕੌਤਕ ਲਿਖ ਦਿੰਦਾ, ਉਹਨੂੰ ਵੀ ਸਾਖੀ ਕਿਹਾ। ਜਿਵੇਂ ਬਾਣੀ ਚਾਹੁੰਦਾ, ਸੁਣ ਸਾਖੀ ਮਨ ਜਪ ਪਿਆਰ, ਅਜਾਮਲ ਉਦਰਿਆ ਕਹੇ ਇੱਕ ਬਾਰ। ਬੇਅੰਤ ਸਾਖੀਆਂ ਪ੍ਰਚਲਿਤ ਨੇ। ਗੁਰੂ ਦਾ ਸ਼ਬਦ ਰੋਗ ਸੋਗ ਮਿਟਾਉਂਦਾ ਹੈ, ਕਿਰਪਾ ਕਰ ਦਿੰਦਾ ਹੈ। ਇਉਂ ਜਿਨ੍ਹਾਂ ਗੁਰੂ ਦੇ ਸ਼ਬਦ ਨੂੰ ਸਾਖੀ ਮੰਨ ਲਿਆ, ਹਾਜ਼ਰਾ ਹਜ਼ੂਰ ਮੰਨ ਲਿਆ, ਜੀਵਨ ਵਿੱਚ ਇਸ ਸਿੱਖਿਆ ਨੂੰ ਢਾਲਿਆ, ਪਰਮਾਤਮਾ ਦੀ ਉਹਨਾਂ ਤੇ ਬਖਸ਼ਿਸ਼ ਹੋਈ ਹੈ, ਉਹਨਾਂ ਤੇ ਪਰਮਾਤਮਾ ਨੂੰ ਤਰਸ ਆਇਆ ਹੈ। ਫਿਰ ਐਸੇ ਜਿਹੜੇ ਗੁਰਮੁਖ ਜਨ ਨੇ, ਉਹਨਾਂ ਨੂੰ ਸ਼ਾਂਤੀ ਸਹਿਜ ਆਨੰਦ ਪ੍ਰਾਪਤ ਹੋਇਆ ਹੈ। ਤਿਨ ਸਗਲੀ ਲਾਜ ਰਾਖੀ। ਸ਼ਬਦ ਦੇ ਅਭਿਆਸੀ ਜਿਹੜੇ ਨੇ, ਜਿਹੜੇ ਨਾਮ ਜਪਣ ਵਾਲੇ ਨੇ, ਉਹਨਾਂ ਦੀ ਜਿਹੜੀ ਲਾਜ ਹੈ, ਹਯਾ ਹੈ, ਪੱਤ ਹੈ, ਆਨ ਹੈ, ਇੱਜ਼ਤ ਹੈ, ਉਹ ਗੁਰੂ ਆਪ ਰੱਖਦਾ ਹੈ, ਪਰਮਾਤਮਾ ਆਪ ਰੱਖਦਾ ਹੈ। ਬੁਲਾਇਆ ਬੋਲੀ ਤੇਰਾ। ਮਹਾਰਾਜ ਕਹਿੰਦੇ ਨੇ ਇਹ ਜਿਹੜੇ ਗਲੂਏ ਚੋਂ ਮੈਂ ਬੋਲ ਪ੍ਰਗਟ ਕਰ ਰਿਹਾ ਹੈ ਨਾ, ਜੋ ਮੇਰੀ ਇਹ ਬੋਲੀ ਹੈ, ਵਾਣੀ ਹੈ, ਜੋ ਮੈਂ ਗੀਤ ਗਾ ਰਿਹਾ ਹਾਂ, ਹੇ ਪ੍ਰਮਾਤਮਾ, ਇਹ ਤੇਰੀ ਕਿਰਪਾ ਨਾਲ ਹੀ ਝਰਨੇ ਫੁੱਟਦੇ ਨੇ। ਦੇਖੋ ਦੁਨੀਆ ਵਿੱਚ ਕਿੰਨੇ ਮਹਾਤਮਾ ਨੇ, ਮਹਾਂਪੁਰਸ਼ ਨੇ, ਕਿੰਨੇ ਕਵੀ ਜਨ ਨੇ, ਪਰ ਅਗੰਮੀ ਬਾਣੀ ਹਰ ਇੱਕ ਦੇ ਜ਼ਿਹਨ ਚੋਂ ਪ੍ਰਗਟ ਨਹੀਂ ਹੋਈ। ਵਿਰਲੇ ਮਹਾਂਪੁਰਸ਼ ਨੇ ਜਿਨ੍ਹਾਂ ਦੇ ਪਾਵਨ ਬੋਲ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਨੇ। ਪਰਮਾਤਮਾ ਦੀ ਕਿਰਪਾ ਹੋਵੇ ਤੇ ਇਹ ਬਾਣੀ ਦੇ ਅਗੰਮੀ ਬੋਲਾਂ ਦੇ ਝਰਨੇ ਫੁੱਟਦੇ ਨੇ। ਗੁਰੂ ਅਰਜਨ ਸਾਹਿਬ ਕਹਿੰਦੇ ਮੈਂ ਜੋ ਬੋਲ ਰਿਹਾ, ਤੇਰਾ ਬੁਲਾਇਆ ਬੋਲ ਰਿਹਾ, ਤੇਰੀ ਬੋਲੀ ਬੋਲ ਰਿਹਾ। ਤੁਸੀਂ ਇੱਕ ਹੋਰ ਜਗ੍ਹਾ ਬਾਣੀ ਵਿੱਚ ਪੜ੍ਹਿਆ ਹੋਵੇਗਾ, ਹਉ ਆਪਹੁ ਬੋਲ ਨਾ ਜਾਣਦਾ, ਮੈਂ ਕਹਿਆ ਸਭ ਹੁਕਮਾਓ ਜੀਓ। ਗੁਰੂ ਨਾਨਕ ਸਾਹਿਬ ਨੂੰ ਵੀ ਤੁਸੀਂ ਸੁਣਿਆ ਹੈ, ਜੈਸੀ ਮੈਂ ਆਵੈ ਖਸਮ ਕੀ ਬਾਣੀ ਤੈ ਸੜਾ ਕਰੀ। ਗਿਆਨ ਵੇ ਲਾਲੋ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੂੰ ਵੀ ਤੁਸੀਂ ਸੁਣਿਆ ਹੈ, ਜੋ ਨਿਜ ਪ੍ਰਭ ਮੋਹ ਸੋ ਕਹਾ ਸੋ ਕਹੇ ਹੋ ਜਗ ਵਾਹੇ। ਸੋ ਇਹ ਪ੍ਰਮਾਤਮਾ ਦੇ ਗੀਤ ਹੀ ਮੈਂ ਗੁਰੂ ਅਰਜਨ ਸਾਹਿਬ ਕਹਿੰਦੇ ਗਾ ਰਿਹਾ ਹਾਂ। ਤੂੰ ਸਾਹਿਬ ਗੁਣੀ ਗਹਿਰਾ। ਐ ਪ੍ਰਮਾਤਮਾ, ਤੂੰ ਸਭਨਾ ਦਾ ਸਾਹਿਬ ਹੈ, ਮਾਲਕ ਹੈ, ਸੁਆਮੀ ਹੈ। ਇਹ ਸਾਹਿਬ ਲਫ਼ਜ਼ ਅਰਬੀ ਦਾ ਹੈ। ਸੋ ਤੂੰ ਸਿਰ ਦਾ ਸਾਈਂ ਹੈ, ਵੱਡਾ ਮਾਲਕ ਹੈ, ਸਾਰੇ ਤੇਰੇ ਹੀ ਹੁਕਮ ਵਿੱਚ ਚੱਲਦੇ ਹਨ। ਜਪ ਨਾਨਕ ਨਾਮ ਸੱਚ ਸਾਖੀ। ਮਹਾਰਾਜ ਸਾਨੂੰ ਹੁਕਮ ਕਰਦੇ ਨੇ, ਹੇ ਸਿੱਖ ਜਨੋ, ਦੀਨ ਦੁਨੀਆ ਦੇ ਮਾਲਕ ਗੁਰੂ ਨਾਨਕ ਸਾਹਿਬ ਦੀ ਸ਼ਰਨ ਜਾ ਕਰਕੇ ਪਰਮਾਤਮਾ ਦੇ ਨਾਮ ਦੀ ਸ਼ਬਦ ਰਾਹੀਂ ਸਿੱਖਿਆ ਪ੍ਰਾਪਤ ਕਰੋ।
ਇਹਨੇ ਹੀ ਸਾਖੀ ਬਣਨਾ ਹੈ, ਭਾਵ ਦਰਗਾਹ ਵਿੱਚ ਹਾਮੀ ਭਰਨੀ ਹੈ ਨਾਮ ਨੇ। ਇਹਨੇ ਹੀ ਮੁਕਤੀ ਦਿਵਾਉਣੀ ਹੈ, ਇਹਨੇ ਹੀ 84 ਲੱਖ ਦੇ ਬੰਧਨ ਤੁਹਾਡੇ ਕੱਟਣੇ ਨੇ। ਜਿਹੜਾ ਗੁਰੂ ਦੀ ਸ਼ਰਨ ਗ੍ਰਹਿਣ ਕਰਕੇ ਨਾਮ ਦਾ ਅਭਿਆਸ ਕਰੇਗਾ, ਪ੍ਰਮਾਤਮਾ ਦੇ ਗੀਤ ਗਾਵੇਗਾ, ਇਹ ਗਾਏ ਹੋਏ ਗੀਤ, ਇਹ ਜਪੀ ਹੋਈ ਬਾਣੀ, ਇਹ ਕੀਤਾ ਹੋਇਆ ਸਿਮਰਨ ਹੀ ਇਸ ਲੋਕ ਵਿੱਚ ਅਤੇ ਪਰਲੋਕ ਵਿੱਚ ਸਹਾਇਕ ਹੈ, ਸਾਨੂੰ ਸੁਖ ਪ੍ਰਦਾਨ ਕਰਨ ਵਾਲਾ ਹੈ। ਸੋ ਦੀਨ ਦੁਨੀਆ ਦੇ ਮਾਲਕ ਇੱਥੇ ਬਾਣੀ ਦੇ ਨਾਲ ਸਾਨੂੰ ਜੋੜਦੇ ਹਨ। ਆਪਣੇ ਦਾਸ ਕੀ ਪੈਜ ਰਾਖੀ। ਸੋ ਜਿਹੜੇ ਦਾਸਾ ਭਾਵ ਵਿੱਚ ਆ ਗਏ, ਗੁਰਾਂ ਦੀ ਸ਼ਰਨ ਆ ਕੇ ਨਾਮ ਦਾ ਜਿਨ੍ਹਾਂ ਅਭਿਆਸ ਕੀਤਾ, ਗੁਰਾਂ ਤੋਂ ਉਪਦੇਸ਼ ਲੈ ਕੇ, ਮਹਾਰਾਜ ਕਹਿੰਦੇ ਵੀ ਕੋਈ ਵੀ ਭੀੜ ਉਹਨਾਂ ਦਾਸਾਂ ਦੇ ਜੀਵਨ ਵਿੱਚ ਹੈ। ਰੋਗ ਨੇ, ਚਿੰਤਾਵਾਂ ਨੇ, ਕਾਰਜਾਂ ਵਿੱਚ ਕੋਈ ਵਿਘਨ ਹੈ, ਕਹਿੰਦੇ ਫਿਰ ਨਾਮ ਜਪ ਲਿਓ, ਤੁਹਾਡੀ ਪੈਜ ਰੱਖੇਗਾ ਅਕਾਲ ਪੁਰਖ। ਗੁਰੂ ਨਾਨਕ ਸਾਹਿਬ ਤੁਹਾਡੇ ਤੇ ਕਿਰਪਾ ਕਰਨਗੇ, ਤੁਹਾਡੀ ਇੱਜ਼ਤ ਆਬਰੂ ਬਰਕਰਾਰ ਰੱਖਣਗੇ, ਆਪਣੀ ਪ੍ਰਤਿਗਿਆ ਨੂੰ ਨਿਭਾਉਣਗੇ। ਜੋ ਦਾਸਾਂ ਦੀ ਰੱਖਿਆ ਕਰਨ ਵਾਲੇ ਉਹਨਾਂ ਦੇ ਬੋਲ ਨੇ, ਜੋ ਉਹਨਾਂ ਦਾ ਸੁਭਾਅ ਹੈ। ਸੋ ਇਸ ਪਾਵਨ ਸ਼੍ਰੀ ਮੁਖਵਾਕ ਦੇ ਵਿੱਚ ਗੁਰੂ ਅਰਜਨ ਸਾਹਿਬ ਪਾਤਸ਼ਾਹ ਸਾਨੂੰ ਅਕਾਲ ਪੁਰਖ ਦੇ ਨਾਮ ਉੱਪਰ ਅਕੀਦਾ ਰੱਖਣ ਦਾ ਹੁਕਮ ਕਰਦੇ ਨੇ। ਜਿਸ ਦਾ ਭਰੋਸਾ ਵੱਜ ਗਿਆ, ਉਹਦੇ ਜੀਵਨ 'ਚੋਂ ਰੋਗ ਸੋਗ ਮਿਟ ਜਾਂਦੇ ਨੇ, ਉਹ ਦੁੱਖਾਂ ਸੁੱਖਾਂ ਵਿੱਚ ਇੱਕ ਸਾਰ ਰਹਿੰਦਾ ਹੈ, ਪਰਮ ਪਦਵੀ ਨੂੰ ਪ੍ਰਾਪਤ ਹੋ ਜਾਂਦਾ ਹੈ। ਐਸੇ ਅਗੰਮੀ ਬੋਲ ਮਹਾਰਾਜ ਦੇ ਸਭਨਾਂ ਦੇ ਜ਼ਿਹਨ ਵਿੱਚ ਟਿਕਣੇ, ਜੀਵਨ ਸਫਲਾ ਹੋਵੇ। ਸੋ ਹੁਣ ਦਾਸ ਉਸ ਅਗੰਮੀ ਇਤਿਹਾਸ ਦੇ ਨਾਲ ਆਪ ਸੰਗਤ ਨੂੰ ਰੂਬਰੂ ਕਰਨ ਲੱਗਾ ਹੈ। ਜੋ ਇਹ ਅਜੋਕੇ ਦਿਨ ਚੱਲ ਰਹੇ ਨੇ, ਜੂਨ ਦਾ ਮਹੀਨਾ 1984 ਦੇ ਸਮੇਂ ਭਾਰਤ ਵਰਸ਼ ਦੀ ਪ੍ਰਧਾਨ ਮੰਤਰੀ ਬੀਬੀ ਇੰਦਰਾ ਗਾਂਧੀ ਨੇ ਸਿੱਖ ਧਰਮ ਦਾ ਖੁਰਾ ਖੋਜ ਮਿਟਾਉਣ ਦੇ ਲਈ ਅਹਿਮਦ ਸ਼ਾਹ ਦੁਰਾਨੀ ਦੇ ਨਕਸ਼ੇ ਕਦਮਾਂ ਤੇ ਚੱਲ ਕਰਕੇ ਭਾਰਤੀ ਫੌਜ ਰਾਹੀਂ ਸ਼੍ਰੀ ਹਰਿਮੰਦਰ ਸਾਹਿਬ, ਸ਼੍ਰੀ ਅਕਾਲ ਤਖਤ ਸਾਹਿਬ ਦੇ ਉੱਪਰ ਹਮਲਾ ਕਰਵਾਇਆ। ਔਰ ਆਪਾਂ ਇਸ ਬਲੂ ਸਟਾਰ ਨੂੰ, ਇਸ ਦੁਖਾਂਤ ਨੂੰ ਤੀਸਰੇ ਘੱਲੂਘਾਰੇ ਵਜੋਂ ਯਾਦ ਕਰਦੇ ਹਾਂ। ਘੱਲੂਘਾਰੇ ਦਾ ਮਤਲਬ ਕੀ ਹੈ? ਸਰਵਨਾਸ਼ ਕਰਨਾ, ਕਿਸੇ ਦਾ ਖੁਰਾ ਖੋਜ ਮਿਟਾ ਦੇਣਾ। ਸੋ ਆਪ ਸੰਗਤਾਂ ਸਨਮੁਖੇ ਅੱਜ ਅਤੇ ਕੱਲ੍ਹ ਦੇ ਦੀਵਾਨਾਂ ਵਿੱਚ ਮੈਂ ਯਤਨ ਕਰਾਂਗਾ ਇਸ ਸਾਕੇ ਦਰਮਿਆਨ ਹੋਏ ਸ਼ਹੀਦਾਂ ਦੀ ਵਡਿਆਈ ਗਾਵਾਂ ਔਰ ਆਪਣੇ ਸਮੇਂ ਨੂੰ, ਜੀਵਨ ਨੂੰ ਆਪਾਂ ਸਫਲ ਕਰੀਏ। ਕਈ ਅਣਜਾਣ ਲੋਕ ਦੇਖਣ ਨੂੰ ਵਿਦਵਾਨ ਜਾਪਦੇ ਨੇ ਔਰ ਕੁਤਰਕ ਇਹ ਸਾਥ ਦਿੰਦੇ ਨੇ ਵੀ ਜੇ ਸਿੱਖ ਆਗੂ ਸਿਆਣਪ ਤੋਂ ਕੰਮ ਲੈਂਦੇ, ਨੇਕ ਦਿਲੀ ਦਿਖਾਉਂਦੇ, ਕੋਮਲਤਾ ਦਿਖਾਉਂਦੇ, ਸੁਹਿਰਦਤਾ ਦਿਖਾਉਂਦੇ, ਇਹ 1984 ਵਾਲਾ ਦੁਖਾਂਤ ਟਾਲਿਆ ਜਾ ਸਕਦਾ ਸੀ। ਉਹ ਆਪਣੀ ਕੌਮ ਦੇ ਆਗੂਆਂ ਨੂੰ ਹੀ ਦੋਸ਼ੀ ਠਹਿਰਾਉਣ ਲੱਗ ਜਾਂਦੇ ਨੇ। ਪਤਾ ਨਹੀਂ ਉਹਨਾਂ ਦੀ ਮਜਬੂਰੀ ਹੈ ਜਾਂ ਏਜੰਸੀਆਂ ਟਕੇ ਹੀ ਇੰਨੇ ਝੋਲੀ ਪਾ ਦਿੰਦੀਆਂ ਨੇ ਵੀ ਆਪਣਿਆਂ ਦੇ ਹੀ ਉਲਟ ਬਿਆਨਬਾਜ਼ੀ ਕਰਨ ਲੱਗ ਪੈਂਦੇ ਨੇ। ਸ਼ਾਇਦ ਇਹਨਾਂ ਪਿਛਲੇ ਇਤਿਹਾਸ ਵੱਲ ਝਾਤ ਨਹੀਂ ਮਾਰੀ। ਕੀ ਕਾਰਨ ਬਣਿਆ ਹੈ ਸ਼੍ਰੀ ਹਰਿਮੰਦਰ ਸਾਹਿਬ, ਸ਼੍ਰੀ ਅਕਾਲ ਤਖਤ ਸਾਹਿਬ ਦੇ ਹਮਲੇ ਦਾ? ਥੋੜਾ ਪਿਛੋਕੜ ਵੱਲ ਖਿਆਲ ਕਰੋ। ਭਾਰਤ ਵਰਸ਼ ਦੇ ਅੰਦਰ ਮੁਗਲਾਂ, ਪਠਾਣਾ, ਲੋਧੀਆਂ ਦੇ ਰਾਜ ਤੋਂ ਬਾਅਦ ਈਸਟ ਇੰਡੀਆ ਕੰਪਨੀ ਦਾ ਰਾਜ ਹੁੰਦਾ ਹੈ, ਬ੍ਰਿਟਿਸ਼ ਲੋਕਾਂ ਦਾ।
47 ਈਸਵੀ ਦੇ ਵਿੱਚ। ਇਹ ਰਾਜ 1858 ਤੱਕ ਚੱਲਿਆ ਔਰ 1858 ਤੋਂ ਬਾਅਦ ਈਸਟ ਇੰਡੀਆ ਕੰਪਨੀ ਨੇ ਬ੍ਰਿਟਿਸ਼ ਅੰਪਾਇਰ ਨੂੰ ਸਥਾਪਿਤ ਕਰ ਦਿੱਤਾ। ਉਹਦੇ ਬਾਅਦ 1947 ਤਾਈਂ ਭਾਰਤ ਵਰਸ਼ ਇੰਗਲੈਂਡ ਦੀ ਕਲੋਨੀ ਬਣ ਕੇ ਰਿਹਾ। ਬ੍ਰਿਟਿਸ਼ ਅੰਪਾਇਰ ਇੱਥੇ ਪ੍ਰਗਟ ਰਹੀ। ਹੁਣ ਤੁਸੀਂ ਜੇ ਧਿਆਨ ਦਿਓ, ਇੰਡੀਅਨ ਸਬ ਕੰਟੀਨੈਂਟ ਦੇ ਵਿੱਚ, ਭਾਰਤ ਵਰਸ਼ ਦੇ ਵਿੱਚ ਪੰਜਾਬ ਇੱਕ ਆਜ਼ਾਦ ਮੁਲਕ ਸੀ। ਇਹਨੂੰ ਸਟੇਟ ਨਾ ਸਮਝਿਓ। ਸਾਰੇ ਭਾਰਤ ਵਿੱਚ ਈਸਟ ਇੰਡੀਆ ਕੰਪਨੀ ਦਾ ਰਾਜ ਹੈ। ਜੇ ਆਜ਼ਾਦ ਹੈ ਤੇ ਉਹ ਪੰਜਾਬ ਦੇਸ਼ ਆਜ਼ਾਦ ਹੈ। ਆਜ਼ਾਦ ਕਿਉਂ ਹੈ? ਕਿਉਂਕਿ ਸਿੱਖਾਂ ਦੇ ਦਰਮਿਆਨ ਮਹਾਰਾਜਾ ਰਣਜੀਤ ਸਿੰਘ ਇੱਕ ਬੜੇ ਮਹਾਨ ਗਾਂਡੀਵ ਸੂਰਮੇ ਨੇ। ਬੜੀਆਂ ਬੜੀਆਂ ਤਕੜੀ ਜਰਨੈਲੀ ਉਹਨਾਂ ਦੀਆਂ ਫੌਜਾਂ ਨੇ। ਹਰੀ ਸਿੰਘ ਨਲੂਏ ਵਰਗੇ ਸੂਰੇ ਉਹਨਾਂ ਦੀ ਫੌਜ ਦੇ ਵਿੱਚ ਨੇ। ਹੁਣ ਰਾਜ ਭਾਗ ਖਾਲਸੇ ਦਾ ਹੈ। ਜਦੋਂ ਤੁਸੀਂ ਬੜੇ ਬੜੇ ਇੰਗਲਿਸ਼ ਦੇ ਵਿਦਵਾਨਾਂ ਨੂੰ ਪੜ੍ਹੋ ਨਾ, ਉਹ ਵੀ ਖਾਲਸਾ ਰਾਜ ਨੂੰ ਇੱਕ ਵੱਖ ਸਟੇਟ ਮੰਨਦੇ ਸਨ। ਦਾ ਸਿੱਖ ਐਮਪਾਇਰ ਵਾਜ਼ ਅ ਸਟੇਟ ਓਰੀਜੀਨੇਟਿੰਗ in the Indian subcontinent, formed under the leadership of Maharaja Ranjit Singh। ਸੋ ਅਸੀਂ ਸਦਾ ਆਜ਼ਾਦ ਹੀ ਰਹੇ ਹਾਂ। ਖਾਲਸਾ ਡਾਇਨੈਸਟੀ ਦੇ ਪਹਿਲੇ ਰਾਜੇ ਰਣਜੀਤ ਸਿੰਘ ਹੋਏ ਨੇ ਔਰ ਉਹਨਾਂ ਦੀ ਤਾਕਤ ਦਾ ਅੰਦਾਜ਼ਾ ਇੱਥੋਂ ਲਗਾ ਲਵੋ। ਮੈਂ ਫਿਰ ਕਹਿ ਦੇਵਾਂ, ਭਾਰਤ ਸਾਰਾ ਗੁਲਾਮ ਹੈ, ਪੰਜਾਬ ਦੇਸ਼ ਆਜ਼ਾਦ ਹੈ। ਔਰ ਗੋਰਿਆਂ ਨੇ ਸੰਧੀ ਵੀ ਕੀਤੀ ਹੋਈ ਹੈ ਵੀ ਅਸੀਂ ਤੁਹਾਡੇ ਇਲਾਕੇ ਵਿੱਚ ਦਖਲ ਨਹੀਂ ਦਿੰਦੇ। ਸਾਡੀ ਆਪਣੀ ਕਰੰਸੀ ਚੱਲਦੀ ਸੀ, ਨਾਨਕਸ਼ਾਹੀ ਸਿੱਕੇ ਚੱਲਦੇ ਰਹੇ ਨੇ। ਸਮਾਂ ਆਇਆ, ਲਾਹੌਰ ਦਾ ਬਾਦਸ਼ਾਹ ਮਹਾਰਾਜਾ ਰਣਜੀਤ ਸਿੰਘ 1839 ਈਸਵੀ ਦੇ ਵਿੱਚ ਚਲਾਣਾ ਕਰ ਜਾਂਦਾ ਹੈ। ਦੇਵ ਨੇ ਤੈਸੀ ਹੋਈ ਮੌਤ ਹੋ ਗਈ। ਉਹਦੇ ਬਾਅਦ ਤਕਰੀਬਨ ਮਹਾਰਾਜਾ ਰਣਜੀਤ ਸਿੰਘ ਦੇ ਪਰਿਵਾਰ ਵੱਲੋਂ 10 ਸਾਲ ਰਾਜ ਕੀਤਾ ਗਿਆ। ਪਰ ਉਸ ਸਮੇਂ ਦਰਮਿਆਨ ਬੜੇ ਗਦਾਰ ਕੌਮ ਵਿੱਚ ਪੈਦਾ ਹੋ ਗਏ। ਹੌਲੀ ਹੌਲੀ ਬ੍ਰਿਟਿਸ਼ ਅੰਪਾਇਰ ਸਿੱਖ ਅੰਪਾਇਰ 'ਤੇ ਸ਼ਿਕੰਜਾ ਕੱਸਣ ਲੱਗ ਪਈ। ਸਭਰਾਵਾਂ ਦਾ ਜੰਗ ਹੁੰਦਾ ਹੈ ਆਪਣਿਆਂ ਦੀ ਗੱਦਾਰੀ ਦੇ ਕਾਰਨ ਔਰ ਅੰਗਰੇਜ਼ਾਂ ਦੀ ਧੋਖਾਧੜੀ ਦੇ ਕਾਰਨ। ਖਾਲਸਾ ਰਾਜ ਦੀਆਂ ਫੌਜਾਂ ਸ਼ਹਾਦਤ ਦੀ ਅਵਧੀ ਮਾਣ ਗਈਆਂ। ਬਾਬਾ ਸ਼ਾਮ ਸਿੰਘ ਅਟਾਰੀ ਸ਼ਹੀਦ ਹੋਏ ਔਰ ਖਾਲਸਾ ਰਾਜ ਜਿਹੜਾ ਸੀ ਉਹਦਾ ਇੱਥੋਂ ਖੁਰਾ ਖੋਜ ਮਿਟ ਗਿਆ। ਬ੍ਰਿਟਿਸ਼ ਅੰਪਾਇਰ ਦਾ ਰਾਜ ਹੋਇਆ। ਸਮਾਂ ਐਸਾ ਆਇਆ, ਬੜੇ ਬੜੇ ਵਿਦਵਾਨਾਂ ਨੇ ਕਲਮਬੱਧ ਕੀਤਾ ਇਸ ਇਤਿਹਾਸ ਨੂੰ। ਜਦੋਂ ਤੁਸੀਂ ਸ਼ਾਹ ਮੁਹੰਮਦ ਨੂੰ ਪੜ੍ਹਦੇ ਹੋ, ਗਵਾਹੀ ਦਿੰਦਾ ਹੈ ਵੀ ਪੰਜਾਬ ਆਜ਼ਾਦ ਦੇਸ਼ ਸੀ। ਉਹ ਲਿਖਦਾ ਹੈ, ਜੰਗ ਹਿੰਦ ਪੰਜਾਬ ਦਾ ਹੋਣ ਲੱਗਾ, ਦੋਵੇਂ ਪਾਤਸ਼ਾਹੀ ਫੌਜਾਂ ਭਾਰੀਆਂ ਨਹੀਂ। ਅੱਜ ਹੋਵੇ ਸਰਕਾਰ ਤਾਂ ਮੁੱਲ ਪਾਵੇ, ਜਿਹੜੀਆਂ ਖਾਲਸੇ ਨੇ ਤੇਗਾਂ ਮਾਰੀਆਂ ਨਹੀਂ। ਘੋੜੇ ਆਦਮੀ ਗੋਲਿਆਂ ਨਾਲ ਉੱਡਣ, ਹਾਥੀ ਢਹਿੰਦੇ ਸਣੇ ਅੰਬਾਰੀਆਂ ਨਹੀਂ। ਸ਼ਾਹ ਮੁਹੰਮਦ ਦਾ ਇੱਕ ਸਰਕਾਰ ਬਾਝੋਂ ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨਹੀਂ। ਖੈਰ, ਖਾਲਸਾ ਰਾਜ ਦਾ ਪਤਨ ਹੋਇਆ। Punjab state was the last major region of the Indian subcontinent to be annexed by the British Empire। ਇਉਂ ਸਮਝ ਲਓ ਭਾਰਤ ਵਰਸ਼ ਦਾ ਇਹ ਅਖੀਰਲਾ ਇਲਾਕਾ ਸੀ ਪੰਜਾਬ ਦੇਸ਼, ਜਿਹੜਾ ਬ੍ਰਿਟਿਸ਼ ਅੰਪਾਇਰ ਦੇ ਅਧੀਨ ਹੋ ਗਿਆ। ਤਾਂ ਹੀ ਅਸੀਂ ਰੋਜ਼ ਪੜ੍ਹਦੇ ਹਾਂ, ਰਾਜ ਕਰੇਗਾ ਖਾਲਸਾ ਕੀ ਰਹੇ ਨਾ ਕੋਏ। ਰਾਜਿਆਂ ਦੇ ਹੀ ਐਸੇ ਅਗੰਮੀ ਬੋਲ ਹੁੰਦੇ ਨੇ, ਪੋਜ਼ਿਟਿਵਿਟੀ ਵਾਲੇ। ਗੁਲਾਮ ਨਹੀਂ ਕਦੇ ਇਹੋ ਜਿਹੇ ਦੋਹਰੇ ਪੜ੍ਹਦੇ ਹੁੰਦੇ। ਸੋ ਕਦੇ ਭੁਲੇਖੇ 'ਚ ਨਾ ਰਿਓ ਵੀ ਇਹ ਵਾਧੂ ਦੀਆਂ ਬਾਤਾਂ ਨੇ। ਖਾਲਸੇ ਦਾ ਰਾਜ ਨਹੀਂ ਰਿਹਾ, ਬੜਾ ਪ੍ਰਚੰਡ ਰਾਜ ਰਿਹਾ। ਐਸਾ ਰਾਜ ਕੋਈ ਨਹੀਂ ਭਾਰਤ ਵਰਸ਼ ਅੰਦਰ ਕਮਾ ਸਕਿਆ। ਸਮਾਂ ਆਇਆ,
ਬ੍ਰਿਟਿਸ਼ ਲੋਕਾਂ ਦੇ ਜ਼ੁਲਮ ਨੇ ਜਦੋਂ ਲਤਾੜਨਾ ਸ਼ੁਰੂ ਕੀਤਾ ਭਾਰਤ ਵਾਸੀਆਂ ਨੂੰ, ਬਗਾਵਤ ਸ਼ੁਰੂ ਹੋਈ ਹੈ। ਸਿੱਖ, ਹਿੰਦੂ, ਮੁਸਲਮਾਨਾਂ ਨੇ ਭਾਰਤ ਨੂੰ ਆਜ਼ਾਦ ਕਰਵਾਉਣ ਲਈ ਕੁਰਬਾਨੀਆਂ ਦਿੱਤੀਆਂ। ਜਦੋਂ ਕੁਰਬਾਨੀਆਂ ਵੱਲ ਝਾਤ ਮਾਰਦੇ ਹੋ ਤੇ ਤਕਰੀਬਨ 121 ਫਾਂਸੀਆਂ ਹੋਈਆਂ ਨੇ ਭਾਰਤ ਦੀ ਆਜ਼ਾਦੀ ਲਈ, ਜਿਹਦੇ ਚੋਂ 93 ਸਾਡੇ ਸਿੱਖ ਸਨ। 2626 ਬੰਦਿਆਂ ਨੂੰ ਉਮਰ ਕੈਦ ਹੋਈ ਹੈ, ਜਿਹਦੇ ਚੋਂ 2147 ਸਿੱਖ ਸਨ। ਜਦੋਂ ਜਲਿਆਂਵਾਲੇ ਬਾਗ ਜਨਰਲ ਡਾਇਰ ਦੇ ਹੁਕਮ ਵਿੱਚ ਗੋਲੀ ਚੱਲਦੀ ਹੈ, 1300 ਦੇਸ਼ ਦੀ ਖਾਤਰ ਪਿਆਰੇ ਸ਼ਹੀਦ ਹੋਏ ਨੇ, ਜਿਨ੍ਹਾਂ ਦੇ ਵਿੱਚੋਂ 799 ਸਿੱਖ ਸਨ। ਜੇ ਸ਼ਹੀਦੀਆਂ ਬਾਬਤ ਜਾਣੋ ਜਾਂ ਜੇਲ੍ਹਾਂ ਵਿੱਚ ਡੱਕੇ ਹੋਏ ਕੈਦੀਆਂ ਬਾਬਤ ਜਾਣੋ ਤੇ ਸਮਝ ਪਵੇਗੀ ਆਬਾਦੀ ਚਾਹੇ ਸਾਡੀ 1.5-2% ਦੀ ਸੀ, ਪਰ ਕੁਰਬਾਨੀਆਂ ਸਿੱਖ ਧਰਮ ਨੇ 90% ਕੀਤੀਆਂ ਭਾਰਤ ਨੂੰ ਆਜ਼ਾਦ ਕਰਵਾਉਣ ਦੇ ਲਈ। ਗੋਰੇ ਭਾਰਤ ਛੱਡਣ ਲੱਗੇ ਨੇ। ਸਰਦਾਰ ਕਪੂਰ ਸਿੰਘ IAS ਸਨ, ਸਾਰੇ ਤੁਸੀਂ ਵਾਕਿਫ ਹੋ। ਉਹ ਜ਼ਿਕਰ ਕਰਦੇ ਨੇ ਵੀ ਬ੍ਰਿਟਿਸ਼ ਸਾਮਰਾਜ ਜਦੋਂ ਭਾਰਤ ਨੂੰ ਛੱਡਣ ਲੱਗਾ ਹੈ ਤਾਂ ਉਹਨਾਂ ਭਾਰਤ ਦੇ ਰਾਜਸੀ ਹੱਕ ਬਾਬਤ 3 ਪ੍ਰਜਾਤੀਆਂ ਨੂੰ ਗਿਣਿਆ ਹੈ, ਜੋ ਕਮਿਊਨਲ ਅਵਾਰਡ ਦੇ ਵਿੱਚ ਲਿਖਿਆ ਗਿਆ ਹੈ। ਤਸਲੀਮ ਕੀਤੀਆਂ 3 ਪ੍ਰਜਾਤੀਆਂ ਵੀ ਭਾਰਤ ਵਰਸ਼ ਦੇ ਅਸਲ ਮਾਲਕ ਪ੍ਰਭੂ ਸੱਤਾ ਮੰਨਣ ਵਾਲੇ ਸਿੱਖ, ਹਿੰਦੂ ਤੇ ਮੁਸਲਮਾਨ ਨੇ, ਕਿਉਂਕਿ ਇਹ ਤਿੰਨੇ ਇੱਥੇ ਪ੍ਰਫੁੱਲਤ ਹੋਏ ਨੇ। ਖੈਰ, ਗੱਲ ਇਹ ਉੱਠੀ ਵੀ ਦੇਸ਼ ਦੇ 3 ਹਿੱਸੇ ਕੀਤੇ ਜਾਣਗੇ। ਮੁਹੰਮਦ ਅਲੀ ਜਿੰਨਾ ਬ੍ਰਿਟਿਸ਼ ਹੁਕਮਰਾਨਾਂ ਦੇ ਸਾਹਮਣੇ ਇਹ ਬਾਤ ਪਾਉਂਦਾ ਹੈ ਵੀ ਅਸੀਂ ਹਿੰਦੂਆਂ ਨਾਲੋਂ ਵੱਖ ਹੋਣਾ ਹੈ, ਸਾਨੂੰ ਖਤਰਾ ਹੈ, ਹਿੰਦੂ ਮਤ ਮੁਸਲਮਾਨਾਂ ਨੂੰ ਆਪਣੇ ਵਿੱਚ ਜਜ਼ਬ ਕਰ ਲਵੇਗਾ, ਤੋ ਸਾਨੂੰ ਚਾਹੇ ਛੋਟਾ ਆਲਣਾ ਹੀ ਦੇ ਦਿਓ, ਭਾਵੇਂ ਅੱਧੀ ਬੁਰਕੀ ਮਿਲ ਜਾਵੇ, ਗੁਲਾਮੀ ਦੇ 36 ਪ੍ਰਕਾਰ ਦੇ ਪਦਾਰਥ ਖਾਣ ਨਾਲੋਂ ਉਹ ਵੀ ਚੰਗੀ ਹੈ। ਸੋ ਪਾਕਿਸਤਾਨ ਹੋਂਦ ਵਿੱਚ ਆਇਆ। ਜਦੋਂ ਸਿੱਖਾਂ ਨੂੰ ਪੁੱਛਿਆ ਗਿਆ, ਸਾਡੀ ਲੀਡਰਸ਼ਿਪ ਨੂੰ ਪੁੱਛਿਆ ਗਿਆ ਬ੍ਰਿਟਿਸ਼ ਆਗੂਆਂ ਵੱਲੋਂ ਵੀ ਤੁਸੀਂ ਸਿੱਖ ਹੋਮਲੈਂਡ ਵੱਖਰਾ ਲੈ ਲਓ, ਕਿਉਂਕਿ ਬ੍ਰਿਟਿਸ਼ ਰਾਜ ਦੇ ਸਮੇਂ ਜਦੋਂ ਭਾਰਤ ਸਾਰਾ ਗੁਲਾਮ ਸੀ, ਤੁਹਾਡਾ ਪੰਜਾਬ ਮੁਲਕ ਵੱਖਰਾ ਸੀ, ਆਜ਼ਾਦ ਸੀ। ਤੁਸੀਂ ਆਜ਼ਾਦ ਮੁਲਕ ਦੇ ਮਾਲਕ ਸੋ, ਆਪਣਾ ਆਜ਼ਾਦ ਮੁਲਕ ਲੈ ਲਓ। ਦੂਸਰਾ, ਜਦੋਂ ਵਰਲਡ ਵਾਰ ਲੱਗੀ ਹੈ, ਇੰਡੀਅਨ ਸਿੱਖਸ ਪਲੇਡ ਅ ਕੀ ਰੋਲ ਇਨ ਦਾ ਬ੍ਰਿਟਿਸ਼ ਆਰਮੀ ਡਿਊਰਿੰਗ ਵਰਲਡ ਵਾਰ 1। ਇੰਗਲਿਸ਼ ਦੇ ਵਿਦਵਾਨ ਲਿਖਦੇ ਨੇ ਸਿੱਖਾਂ ਨੇ ਬੜਾ ਬਾਹੂਬਲ ਦਿਖਾਇਆ, ਬ੍ਰਿਟਿਸ਼ ਫੌਜਾਂ ਦਾ ਪੱਖ ਲੈ ਕੇ ਜੰਗਾਂ ਲੜੀਆਂ, ਹਜ਼ਾਰਾਂ ਸਿੰਘ ਸ਼ਹੀਦ ਹੋਏ ਨੇ ਵਰਲਡ ਵਾਰ ਦੇ ਵਿੱਚ। ਬ੍ਰਿਟਿਸ਼ ਲੋਕ ਇਸ ਗੱਲ ਤੋਂ ਵੀ ਖੁਸ਼ ਨੇ। ਸੋ ਉਹਨਾਂ ਆਖਿਆ ਭਾਈ ਤੁਸੀਂ ਆਪਣਾ ਵੱਖਰਾ ਦੇਸ਼ ਲੈ ਲਓ। ਇੱਥੇ ਫਿਰ ਨਹਿਰੂ ਤੇ ਗਾਂਧੀ ਨੇ ਸ਼ਬਦ ਜਾਲ ਵਿਛਾਇਆ ਹੈ, ਵਾਕ ਛਲ ਪ੍ਰਗਟ ਕੀਤਾ ਹੈ। ਸਿੱਖਾਂ ਨੂੰ ਆਖਣ ਲੱਗੇ ਸਿੱਖ ਤੇ ਹਿੰਦੂ ਦਾ 9 ਮਾਸ ਦਾ ਰਿਸ਼ਤਾ ਹੈ। ਸਨਾਤਨ ਮਤ ਦੀ ਰੱਖਿਆ ਦੇ ਲਈ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਖਾਲਸਾ ਪੰਥ ਸਾਜਿਆ। ਜੰਜੂ ਦੀ ਰੱਖਿਆ ਲਈ ਗੁਰੂ ਤੇਗ ਬਹਾਦਰ ਸਾਹਿਬ ਨੇ ਸ਼ਹਾਦਤ ਦੀ ਅਵਧੀ ਮਾਣੀ ਹੈ। ਜੇ ਆਪਾਂ ਦੋਵੇਂ ਧਿਰ ਵੱਖ-ਵੱਖ ਹੋ ਗਏ ਤੇ ਇਹ ਅਲੀ ਜਿੰਨਾ ਵਰਗੇ ਇਹ ਪਾਕਿਸਤਾਨ ਵਾਲੇ ਸਾਡਾ ਦੋਹਾਂ ਧਿਰਾਂ ਦਾ ਹੀ ਖਾਤਮਾ ਕਰਕੇ ਮਾਲਕ ਬਣ ਜਾਣਗੇ। ਵਾਅਦੇ ਕੀਤੇ ਗਏ, ਮਤੇ ਪਾਏ ਗਏ। ਅਖੇ ਭਾਰਤ ਵਰਸ਼ ਦੀ ਆਜ਼ਾਦੀ ਦੇ ਲਈ ਸਭ ਤੋਂ ਵੱਧ ਸਿੱਖ ਕੌਮ ਸੰਘਰਸ਼ ਕਰ ਰਹੀ ਹੈ। ਤੁਹਾਡੀ ਘਾਲਣਾ ਬਿਆਨ ਨਹੀਂ ਕੀਤੀ ਜਾ ਸਕਦੀ। ਸਿੱਖ ਭਾਈਓ, ਭਾਰਤ ਵਰਸ਼ ਦੇ ਵਿੱਚ ਇਕੱਠੇ ਰਹੀਏ। ਹਿੰਦੂ ਭਰਾਵਾਂ ਦੇ ਤੁੱਲ ਤੁਹਾਡਾ ਬਰਾਬਰ ਦਾ ਹੱਕ ਹੋਵੇਗਾ ਇਸ ਦੇਸ਼ ਦੇ ਅੰਦਰ। ਔਰ ਉੱਤਰੀ ਭਾਰਤ ਦੇ ਵਿੱਚ ਤੁਹਾਨੂੰ ਵੱਖਰਾ ਖਿੱਤਾ ਦਿੱਤਾ ਜਾਵੇਗਾ। ਪੰਜਾਬ ਤੁਹਾਡਾ ਹੋਮਲੈਂਡ ਹੋਵੇਗਾ, ਜਿੱਥੇ ਧਾਰਮਿਕ ਅਤੇ ਰਾਜਸੀ ਆਜ਼ਾਦੀ ਤੁਹਾਨੂੰ ਮਿਲੇਗੀ। ਤੁਸੀਂ ਆਜ਼ਾਦੀ ਦਾ ਨਿੱਘ ਮਾਣ ਸਕੋਗੇ।
ਤੇ ਜੇ ਕਿਧਰੇ ਅਸੀਂ ਵਾਅਦੇ ਤੋਂ ਮੁੱਕਰੇ ਤੇ ਤੁਹਾਡੀ ਕੌਮ ਬੜੀ ਜੁਝਾਰੂ ਹੈ, ਸ਼ਸਤਰਾਂ ਨਾਲ ਹਥਿਆਰਾਂ ਨਾਲ ਤੁਸੀਂ ਦੇਸ਼ ਤੇ ਮਾਲੀ ਲੈਣਾ ਹੈ। ਐਸੀਆਂ ਚੋਪੜੀਆਂ ਬਾਤਾਂ ਦੇ ਵਿੱਚ ਸਾਡੀ ਸਿੱਖ ਲੀਡਰਸ਼ਿਪ ਆ ਗਈ। ਨਹਿਰੂ ਤੇ ਗਾਂਧੀ ਕਪਟੀ ਬੰਦੇ ਨੇ, ਸਿੱਖ ਯਕੀਨ ਕਰ ਬੈਠੇ। ਹਿੰਦੂ ਸਟੇਟ ਦੇ ਨਾਲ ਸਿੱਖਾਂ ਨੇ ਰਹਿਣਾ ਕਬੂਲ ਲਿਆ। 1947 ਦੀ ਆਜ਼ਾਦੀ ਤੋਂ ਬਾਅਦ ਸਮਾਂ ਐਸਾ ਬਣਿਆ, ਹਾਲਾਤ ਐਸੇ ਹੋਏ, ਤੁਸੀਂ ਸਭ ਜਾਣਦੇ ਹੋ। ਪੰਜਾਬ ਦੋ ਫਾੜ ਹੋ ਗਿਆ, 3 ਹਿੱਸੇ ਪਾਕਿਸਤਾਨ ਵਿੱਚ ਚਲਿਆ ਗਿਆ ਤੇ ਚੌਥਾ ਹਿੱਸਾ ਰਹਿ ਗਿਆ ਭਾਰਤ ਵਿੱਚ। ਔਰ ਉਸ ਸਮੇਂ 20 ਲੱਖ ਦੇ ਕਰੀਬ ਇਸ ਵੰਡ ਦੀ ਭੇਟਾ ਲੋਕ ਚੜੇ, ਮਾਰ ਦਿੱਤੇ ਗਏ, ਖੁਰਾ ਖੋਜ ਮਿਟਾਇਆ ਗਿਆ, ਜਿਹਦੇ ਚੋਂ ਬਹੁਤਾਤ ਸਿੱਖ ਸਨ। ਅਸੀਂ ਇਸ ਪੰਜਾਬ ਅੰਦਰ ਮੁਰੱਬਿਆਂ ਦੇ ਮਾਲਕ ਸਾਂ, ਜ਼ਮੀਨਾਂ ਦੇ ਮਾਲਕ ਸਾਂ। 3 ਹਿੱਸੇ ਪੰਜਾਬ ਛੱਡ ਕੇ ਚੌਥੇ ਹਿੱਸੇ ਪੰਜਾਬ ਵਿੱਚ ਆ ਕੇ ਗੁਜ਼ਾਰਾ ਕਰਨਾ ਸਾਨੂੰ ਪੈ ਗਿਆ। ਸਾਡਾ ਦੇਸ਼ ਵੀ ਦੋ ਫੜ ਹੋਇਆ, ਸਾਡੇ ਪੀੜ੍ਹੀ ਦੇ ਕਈ ਲੋਕ ਮਿਟ ਗਏ, ਕਈ ਪੀੜ੍ਹੀਆਂ ਹੀ ਮਿਟ ਗਈਆਂ। 3 ਪੀੜ੍ਹੀਆਂ ਦਾ ਕਾਣ ਹੋ ਗਿਆ, ਬਜ਼ੁਰਗ ਗਏ, ਜਵਾਨੀ ਗਈ, ਬੱਚੇ ਗਏ। ਦੇਸ਼ ਦੇ ਆਜ਼ਾਦ ਹੋਣ ਤੋਂ ਥੋੜਾ ਸਮਾਂ ਬਾਅਦ ਹੀ 1950 ਦੇ ਵਿੱਚ ਇੱਕ ਸਰਕੂਲਰ ਲਾਗੂ ਹੁੰਦਾ ਹੈ। ਸਰਦਾਰ ਕਪੂਰ ਸਿੰਘ ਲਿਖਦੇ ਨੇ, ਉਹਦੇ ਵਿੱਚ ਲਿਖਿਆ ਗਿਆ ਹੈ ਭਾਰਤ ਵਰਸ਼ ਦੀ ਹਕੂਮਤ ਵੱਲੋਂ ਵੀ ਸਿੱਖ ਜਰਾਇਮ ਪੇਸ਼ਾ ਕੌਮ ਹੈ, ਕ੍ਰਿਮੀਨਲ ਪ੍ਰੋਫੈਸ਼ਨ, ਕ੍ਰਿਮੀਨਲ ਮਾਈਂਡਡ। ਇਹ ਲੋਕ ਦੰਗਾ ਫਸਾਦੀ ਨੇ, ਇਹਨਾਂ ਦਾ ਵਿਸ਼ੇਸ਼ ਖਿਆਲ ਰੱਖਿਆ ਜਾਵੇ। ਤੋ ਹੁਣ ਸਾਡੇ IAS ਆਫੀਸਰ ਸਨ, ਜਦੋਂ ਇਹ ਹੁਕਮ ਲਾਗੂ ਹੋਇਆ ਸਰਕਾਰ ਵੱਲੋਂ, ਉਹਨਾਂ ਪੜ੍ਹਿਆ ਤਾਂ ਉਹਨਾਂ ਨੂੰ ਬੜੀ ਮੁਸ਼ਕਲ ਆਈ ਵੀ ਸਾਡੇ ਨਾਲ ਤੇ ਧੋਖਾ ਹੋ ਗਿਆ ਹੈ। ਸਾਨੂੰ ਤੇ ਭਾਰਤ ਦੇ ਬਰਾਬਰ ਹਿੱਸੇਦਾਰ ਸਮਝਿਆ ਗਿਆ ਸੀ, ਵਾਅਦੇ ਕੀਤੇ ਗਏ ਸਨ, ਅਸੀਂ ਅੱਧੇ ਮਾਲਕ ਹਾਂ ਹਿੰਦੂਆਂ ਦੇ ਨਾਲ ਭਾਰਤ ਦੇ, ਪਰ ਸਾਨੂੰ ਤੇ ਦੰਗੇ ਫਸਾਦੀ ਕਹਿ ਕੇ ਹੁਣ ਦਬਾਇਆ ਜਾਵੇਗਾ। ਡੈਮੋਕ੍ਰੇਸੀ ਹੈ, ਸਿਰਾਂ ਦਾ ਮੁੱਲ ਪੈ ਰਿਹਾ ਹੈ, ਸਾਡੀ ਗਿਣਤੀ ਥੋੜ੍ਹੀ ਹੈ। IAS ਸਰਦਾਰ ਕਪੂਰ ਸਿੰਘ ਹੁਣਾਂ ਅਸਤੀਫਾ ਦੇ ਦਿੱਤਾ ਸੀ, ਤੰਗ ਵੀ ਉਹਨਾਂ ਨੂੰ ਬਹੁਤ ਕੀਤਾ ਗਿਆ। ਖੈਰ ਥੋੜਾ ਸਮਾਂ ਹੋਰ ਲੰਘਿਆ, ਹੁਣ ਸੂਬਿਆਂ ਦੀ ਵੰਡ ਬੋਲੀ ਤੇ ਆਧਾਰਿਤ ਹੋਣ ਲੱਗੀ। ਜਿਹੜੇ ਮਰਾਠੀ ਬੋਲਦੇ ਨੇ ਮਹਾਰਾਸ਼ਟਰ, ਉਹਨਾਂ ਨੂੰ ਮਿਲ ਗਿਆ। ਉੜੀਆ ਬੋਲਦੇ ਨੇ ਉੜੀਸਾ ਮਿਲ ਗਿਆ, ਤਾਮਿਲ ਬੋਲਦੇ ਨੇ ਤਾਮਿਲਨਾਡੂ ਮਿਲ ਗਿਆ, ਗੁਜਰਾਤੀਆਂ ਨੂੰ ਗੁਜਰਾਤ ਮਿਲ ਗਿਆ। ਅਸੀਂ ਆਜ਼ਾਦ ਪੰਜਾਬ ਦੇਸ਼ ਦੇ ਮਾਲਕ ਜੋ ਰਹੇ ਸਾਂ, ਅਸੀਂ ਵੀ ਮੰਗ ਉਠਾਈ ਵੀ ਸਾਨੂੰ ਪੰਜਾਬੀ ਸੂਬਾ ਦਿਓ ਜੋ ਸਾਡਾ ਸੀ, ਪੰਜਾਬੀ ਬੋਲਦੇ ਇਲਾਕੇ ਦਿਓ। ਹੁਕਮਰਾਨਾਂ ਨੇ ਬੁਨਿਆਦੀ ਦਲੀਲ ਇਹ ਦਿੱਤੀ, ਮੁੱਕਰਨ ਲੱਗੇ ਨੇ, ਕਹਿੰਦੇ ਨੇ ਦੇਖੋ ਅਸਲ ਦੇ ਵਿੱਚ ਖਾਲਸਾ ਰਾਜ ਸੁਰਜੀਤ ਜੇ ਹੋ ਗਿਆ ਤੇ ਹੋ ਸਕਦਾ ਹੈ ਪਾਕਿਸਤਾਨ ਭਾਰਤ ਦੋਨਾਂ ਤੇ ਹੀ ਰਾਜ ਕਰ ਜਾਵੇ। ਇਹਨਾਂ ਪੰਜਾਬ ਨੂੰ ਮਹਾ ਪੰਜਾਬ ਬਣਾ ਦਿੱਤਾ ਸੀ, ਖੈਬਰ ਤੱਕ ਇਹਨਾਂ ਦਾ ਡੰਕਾ ਵੱਜਦਾ ਸੀ, ਅਫਗਾਨਿਸਤਾਨ ਦੇ ਕਈ ਕਸਬੇ ਜਿੱਤ ਲਏ ਇਹਨਾਂ ਨੇ, ਤਿੱਬਤ ਤੱਕ ਇਹਨਾਂ ਦਾ ਰਾਜ ਰਿਹਾ ਹੈ, ਪਠਾਨ ਇਹਨਾਂ ਨੇ ਜਿੱਤ ਲਏ, ਹੁਕਮਰਾਨ ਇਹਨਾਂ ਨੇ ਜਿੱਤ ਲਏ। 1000 ਵਰ੍ਹੇ ਤੋਂ ਜੋ ਭਾਰਤ ਤੇ ਰਾਜ ਭਾਗ ਕਾਇਮ ਰਿਹਾ ਹੈ, 1001 ਈਸਵੀ ਤੋਂ ਮਹਿਮੂਦ ਗਜ਼ਨਵੀ ਦੇ ਸਮੇਂ ਤੋਂ ਗੋਰਿਆਂ ਤੱਕ ਸਭਨਾਂ ਦੀਆਂ ਨਾਸਾਂ ਵਿੱਚ ਧੂਆਂ ਲਿਆ ਛੱਡਿਆ ਹੈ ਖਾਲਸਿਆਂ ਨੇ, ਇਹਨਾਂ ਸਿੰਘਾਂ ਨੇ। ਤੇ ਕਿਧਰੇ ਫਿਰ ਨਾ ਕਾਬਲ ਕੰਧਾਰ ਤੱਕ ਇਹਨਾਂ ਦਾ ਰਾਜ ਹੋ ਜਾਵੇ। ਸੋ ਸਿੱਖ ਰਾਜ ਦੀ ਹੋਂਦ ਨੂੰ ਸਦਾ ਦੇ ਲਈ ਅਗਰ ਮਿਟਾਉਣਾ ਹੈ ਤਾਂ ਪੰਜਾਬ ਨੂੰ ਖਿਲਾਰ ਦਿਓ। ਸੰਯੁਕਤ ਹਿੰਦੁਸਤਾਨ ਦੇ ਵਿੱਚ ਰਾਜਸੀ ਸੱਤਾ ਹਿੰਦੂਆਂ ਕੋਲ ਰਹਿਣੀ ਚਾਹੀਦੀ ਹੈ। ਸਿਰਾਂ ਦੇ ਮੁੱਲ ਪੈ ਰਹੇ ਨੇ, ਵੋਟਾਂ ਦਾ ਰਾਜ ਹੋ ਗਿਆ ਹੈ। ਸਿੱਖ ਜਿਹੜੇ ਨੇ ਪੰਜਾਬੀ ਬੋਲਦੇ ਇਲਾਕੇ ਮੰਗ ਰਹੇ ਨੇ, ਇਹਨਾਂ ਨੂੰ ਅੱਡੋ ਅੱਡ ਕਰ ਦੇਣਾ ਚਾਹੀਦਾ ਹੈ। ਡਿਵਾਈਡ ਐਂਡ ਰੂਲ ਦੀ ਬਾਤ ਚੱਲੀ, ਤੁਸੀਂ ਧਿਆਨ ਦਿਓ। ਗੰਗਾ ਨਗਰ, ਹਨੂਮਾਨਗੜ੍ਹ ਵਰਗੇ ਇਲਾਕਿਆਂ ਵੱਲ ਬਹੁਤੇ ਪੰਜਾਬੀ ਬੋਲਦੇ ਆਪਣੇ ਲੋਕ ਨੇ, ਉੱਥੇ ਰਾਜਸਥਾਨ ਨੂੰ ਦੇ ਦਿੱਤਾ ਗਿਆ, ਕੁਝ ਹਿਮਾਚਲ ਨੂੰ ਦੇ ਦਿੱਤਾ ਗਿਆ, ਕੁਝ ਹਰਿਆਣੇ ਨੂੰ ਪੰਜਾਬੀ ਬੋਲਦੇ ਇਲਾਕੇ ਦੇ ਦਿੱਤੇ ਗਏ।
ਸੋ ਸਿੱਖਾਂ ਨੇ ਮੋਰਚੇ ਲਾ ਛੱਡੇ ਵੀ ਕਿਧਰੇ ਹਿੰਦੂ ਧਰਮ ਦੇ ਲੋਕ ਸਾਨੂੰ ਆਪਣੇ ਵਿੱਚ ਜਜ਼ਬ ਨਾ ਕਰ ਲੈਣ। ਪੰਜਾਬੀ ਸੂਬਾ ਜ਼ਰੂਰੀ ਹੈ ਜਿੱਥੇ ਸਿੱਖਾਂ ਦਾ ਰਾਜ ਹੋਵੇ। ਬੜੀਆਂ ਕੁਰਬਾਨੀਆਂ ਕਰਕੇ ਪੰਜਾਬੀ ਸੂਬਾ ਮਿਲਿਆ, ਉਹ ਵੀ ਲੰਗੜਾ। ਸਾਡਾ ਚੰਡੀਗੜ੍ਹ ਵੀ ਖੋਹ ਲਿਆ ਗਿਆ। ਔਰ ਫਿਰ ਹੁਕਮਰਾਨਾਂ ਵੇਖਿਆ ਵੀ ਆਰਥਿਕ ਤੌਰ ਤੇ ਇਹਨਾਂ ਦਾ ਲੱਕ ਤੋੜਿਆ ਜਾਵੇ, ਕਿਉਂਕਿ ਚਾਹੇ ਟੁਕੜਾ ਜ਼ਮੀਨ ਦਾ ਇਹਨਾਂ ਕੋਲ ਥੋੜਾ ਹੈ, ਪਰ ਇਹ ਕਿਰਤੀ ਲੋਕ ਨੇ, ਮਸ਼ੱਕਤਾਂ ਘਾਲਣ ਵਾਲੇ ਨੇ। ਇਹਨਾਂ ਛੋਟੇ ਜਿਹੇ ਪੰਜਾਬ ਨੂੰ ਹੀ ਸੋਨੇ ਦੀ ਚਿੜੀ ਬਣਾ ਲੈਣਾ ਹੈ। ਹੁਣ ਹੁਕਮਰਾਨਾਂ ਨੇ ਵਿਉਂਤ ਘੜੀ ਹੈ ਵੀ ਜਿਹੜਾ ਨੈਚੁਰਲ ਰਿਸੋਰਸ ਹੁੰਦਾ ਹੈ ਨਾ ਕਿਸੇ ਵੀ ਸਟੇਟ ਤੋਂ, ਉਹਦੀ ਆਮਦਨੀ ਬੜੀ ਹੁੰਦੀ ਹੈ। ਜਿਵੇਂ ਰਾਜਸਥਾਨ ਦੇ ਕੋਲ ਪੱਥਰ ਹੈ, ਕਿਸੇ ਸਟੇਟ ਦੇ ਕੋਲ ਕੋਲਾ ਹੈ, ਕਿਸੇ ਸਟੇਟ ਦੇ ਕੋਲ ਪਾਣੀ ਹੈ। ਪੰਜਾਬ 5 ਦਰਿਆਵਾਂ ਦੀ ਧਰਤੀ ਕਰਕੇ ਪ੍ਰਚਲਿਤ ਸੀ, ਜਿਹਦਾ ਕਰਕੇ ਸਾਡੀ ਇਕਨੋਮੀ ਹੈਲਦੀ ਰਹਿ ਸਕਦੀ ਸੀ ਜੇ ਸਾਨੂੰ ਪਾਣੀ ਦਾ ਮੁੱਲ ਮਿਲਦਾ ਰਹਿੰਦਾ। ਪਾਣੀ ਤੇ ਡਾਕਾ ਵੱਜਣ ਲੱਗਾ। ਦੇਖੋ ਦੁਨੀਆ ਅੰਦਰ ਜਦੋਂ ਵੀ ਪਾਣੀ ਦੀ ਵੰਡ ਹੁੰਦੀ ਹੈ, ਉਹ ਇੱਕ ਰਿਪੇਰੀਅਨ ਲਾਅ ਹੁੰਦਾ, ਉਹਦੇ ਅਕੋਰਡਿੰਗ ਹੁੰਦੀ ਹੈ। ਉਸ ਲਾਅ ਨੂੰ ਸਮਝਣ ਦਾ ਯਤਨ ਕਰਿਓ। ਨੈਚੁਰਲੀ ਪਰਮਾਤਮਾ ਵੱਲੋਂ ਜਿਸ ਇਲਾਕੇ ਚੋਂ, ਸੂਬੇ ਚੋਂ ਪਾਣੀ ਦੀ ਧਾਰਾ ਪ੍ਰਗਟ ਹੁੰਦੀ ਹੈ, ਪਹਿਲਾ ਹੱਕ ਪਾਣੀ ਤੇ ਉਹਦਾ ਹੁੰਦਾ ਹੈ। ਫਿਰ ਉਹ ਪਾਣੀ ਜਦੋਂ ਦੂਸਰੇ ਸੂਬੇ ਰਾਹੀਂ ਗੁਜ਼ਰਦਾ ਹੈ ਨੈਚੁਰਲੀ, ਕਿਉਂਕਿ ਦਰਿਆਵਾਂ ਦੇ ਵਹਿਣ ਖੁੱਲ੍ਹੇ ਹੀ ਹੁੰਦੇ ਨੇ, ਉਦੋਂ ਕਿਹੜੀਆਂ ਨਹਿਰਾਂ ਸਨ, ਉਸ ਸੂਬੇ ਦਾ ਫਿਰ ਹੱਕ ਹੁੰਦਾ ਹੈ। ਤਾਂ ਉਹਦੀ ਵਰਤੋਂ ਤੋਂ ਬਾਅਦ ਜਿਸ ਸੂਬੇ ਚੋਂ ਪਾਣੀ ਨੇ ਗੁਜ਼ਰਨਾ ਹੈ, ਬਚਦਾ ਪਾਣੀ ਹੋਰਾਂ ਸੂਬਿਆਂ ਨੂੰ ਵੰਡ ਦਿੱਤਾ ਜਾਂਦਾ, ਪਰ ਉਹਦਾ ਮੁੱਲ ਲਿਆ ਜਾਂਦਾ। ਜਿਵੇਂ ਰਾਜਸਥਾਨ ਵਾਲਿਆਂ ਤੋਂ ਆਪਾਂ ਪੱਥਰ ਲੈਣਾ ਤੇ ਉਹ ਮੁੱਲ ਦਿੰਦੇ ਨੇ ਨਾ, ਪਰ ਸਾਡਾ ਪਾਣੀ ਖੋਹ ਲਿਆ ਗਿਆ। ਚਾਹੇ ਹਰਿਆਣੇ ਨੂੰ ਦਿੱਤਾ, ਦਿੱਲੀ ਨੂੰ ਦਿੱਤਾ, ਰਾਜਸਥਾਨ ਨੂੰ ਦਿੱਤਾ, ਸਾਨੂੰ ਮੁੱਲ ਨਹੀਂ ਦਿੱਤਾ ਗਿਆ। ਜੇ ਅੱਜ ਪਾਣੀ ਦਾ ਤੁਸੀਂ ਮੁੱਲ ਵੇਖੋ ਤੇ ਮਿਲੀਅਨਸ ਆਫ ਡਾਲਰ, ਕਰੋੜਾਂ ਅਰਬਾਂ ਖਰਬਾਂ ਰੁਪਈਆ ਬਣਦਾ ਹੈ ਇੱਕ ਮਹੀਨੇ ਦਾ। ਸ਼ਾਇਦ ਸਾਨੂੰ ਪਾਣੀ ਦਾ ਮੁੱਲ ਜਦੋਂ ਤੋਂ ਇਹ ਲੁੱਟ ਹੋ ਰਹੀ ਹੈ ਮਿਲਦਾ ਰਹਿੰਦਾ ਤੇ ਸਾਡੇ ਬੱਚਿਆਂ ਨੂੰ ਕੈਨੇਡਾ, ਅਮਰੀਕਾ, ਵੈਸਟਰਨ ਕੰਟਰੀਜ਼ ਦੇ ਵਿੱਚ ਜਾ ਕੇ ਦਿਹਾੜੀ ਨਾ ਕਰਨੀ ਪੈਂਦੀ, ਅਸੀਂ ਇੱਥੇ ਹੀ ਕਰੋੜਾਂਪਤੀ ਹੁੰਦੇ। ਪਰ ਧੱਕੋ ਜ਼ੋਰੀ ਚੱਲਦੀ ਰਹੀ ਸਿੱਖਾਂ ਦੇ ਨਾਲ। ਅਮੀਰ ਦੇਸ਼ ਪੰਜਾਬ ਇਹਨਾਂ ਲੱਕੋਂ ਤੋੜ ਸੁੱਟਿਆ, ਆਰਥਿਕ ਹਾਲਤ ਮੰਦੀ ਕਰ ਦਿੱਤੀ ਗਈ। ਇੱਦਾਂ ਵਧੀਕੀਆਂ ਦਾ ਦੌਰ ਸਾਡੇ ਨਾਲ ਚੱਲਦਾ ਰਿਹਾ। ਵੈਸੇ ਪਰਾਇਆ ਹੱਕ ਖਾਣਾ ਜਿਹੜਾ ਹੈ ਨਾ, ਇਹਦੇ ਨਾਲੋਂ ਵੱਡਾ ਕੋਈ ਦੁਨੀਆ ਤੇ ਪਾਪ ਨਹੀਂ। ਕਦੇ ਬਾਣੀ ਪੜ੍ਹਿਓ, ਹੱਕ ਪਰਾਇਆ ਨਾਨਕਾ, ਉਸ ਸੂਰ ਉਸ ਗਾਏ, ਗੁਰਪੀਰ ਹਾਮਾ ਤਾਂ ਭਰੈ ਜਾਂ ਮੁਰਦਾਰ ਨਾ ਖਾਏ। ਮਹਾਰਾਜ ਕਹਿੰਦੇ ਨੇ ਜਿਵੇਂ ਮੁਸਲਮਾਨ ਲੋਕ ਸੂਰ ਖਾਣ ਨੂੰ ਗੁਨਾਹ ਸਮਝਦੇ ਨੇ, ਹਿੰਦੂ ਲੋਕ ਗਊ ਖਾਣ ਨੂੰ ਪਾਪ ਸਮਝਦੇ ਨੇ, ਇੱਦਾਂ ਹੀ ਬਗਾਨਾ ਹੱਕ ਖਾਣਾ ਸਭ ਤੋਂ ਵੱਡਾ ਪਾਪ ਹੈ। ਬਗਾਨਾ ਹੱਕ ਖਾਣ ਵਾਲਾ ਜਿੰਨੇ ਚਾਹੇ ਧਰਮ ਕਰਮ ਪਖੰਡ ਕਰ ਲਵੇ, ਉਹਦਾ ਪੀਰ ਉਹਦੀ ਦਰਗਾਹ ਵਿੱਚ ਹਾਮੀ ਨਹੀਂ ਭਰੇਗਾ, ਉਸ ਦੋਸ਼ੀ ਨੂੰ ਸਜ਼ਾ ਮਿਲਦੀ ਹੀ ਮਿਲਦੀ ਹੈ। ਖੈਰ ਸਾਡਾ ਹੱਕ ਮਾਰਿਆ ਗਿਆ। ਸਿੱਖ ਪੰਥ ਰਾਜਸੀ ਅਤੇ ਧਾਰਮਿਕ ਹੱਕਾਂ ਲਈ ਸੰਘਰਸ਼ ਕਰ ਰਿਹਾ ਸੀ। ਸਮੇਂ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਆਈ। ਦੇਖੋ ਇਲੈਕਸ਼ਨ ਜਿੱਤਦੀ ਹੈ ਉਹ, ਪਰ ਇਲੈਕਸ਼ਨ ਦੇ ਵਿੱਚ ਹੇਰਾ ਫੇਰੀ ਹੋਈ ਸੀ। ਆਪੋਜੀਸ਼ਨ ਨੇ ਕੇਸ ਕਰ ਦਿੱਤਾ, ਕੇਸ ਚੱਲੇ, ਹਾਰਨ ਕਿਨਾਰੇ ਇੰਦਰਾ ਗਾਂਧੀ ਪਹੁੰਚ ਗਈ ਹੈ। ਹੁਣ ਜਦੋਂ ਹਾਰ ਨਿਸ਼ਚਿਤ ਹੈ, ਰਾਜ ਭਾਗ ਖੁੱਸਣਾ ਸੀ, ਕੁਰਸੀ ਜਾਂਦੀ ਲੱਗੀ ਬੀਬੀ ਇੰਦਰਾ ਗਾਂਧੀ ਨੂੰ, ਉਹਨੇ ਆਪੋਜੀਸ਼ਨ ਨੂੰ, ਵਿਪਕਸ਼ ਨੂੰ ਦਬਾਉਣ ਦੇ ਲਈ ਅਚਾਨਕ ਹੀ ਮਾਹੌਲ ਖਰਾਬ ਦੱਸ ਕੇ, ਇੰਟਰਨਲ ਡਿਸਟਰਬੈਂਸ ਦੱਸ ਕੇ ਵੀ ਦੇਸ਼ ਦੇ ਅੰਦਰ ਹਾਲਾਤ ਚੰਗੇ ਨਹੀਂ, ਰਾਸ਼ਟਰਪਤੀ ਕੋਲੋਂ ਧੱਕੇ ਨਾਲ ਦਸਤਖਤ ਕਰਵਾ ਕਰਕੇ 25 ਜੂਨ 1975 ਨੂੰ ਐਮਰਜੈਂਸੀ ਲਾ ਦਿੱਤੀ। ਬਹੁਤੇ ਲੀਡਰ ਵਿਪਕਸ਼ ਕੇ ਚੁੱਕ ਚੁੱਕ ਕੇ ਜੇਲ੍ਹਾਂ ਵਿੱਚ ਸੁੱਟ ਦਿੱਤੇ। ਕੋਈ ਅਪੀਲ ਦਲੀਲ ਨਹੀਂ ਸੁਣਦਾ। ਅਖਬਾਰਾਂ ਤੇ ਮੀਡੀਏ ਤੇ ਸੈਂਸਰ ਲਾਗੂ ਹੋ ਗਿਆ, ਪੱਤਰਕਾਰ ਗ੍ਰਿਫਤਾਰ ਕੀਤੇ ਜਾਣ ਲੱਗੇ। 4 ਬੰਦੇ ਕਿਧਰੇ ਇਕੱਠੇ ਹੋ ਕੇ ਬਾਤ ਨਹੀਂ ਸੀ ਪਾ ਸਕਦੇ। ਇਹ 21 ਮਹੀਨੇ ਐਮਰਜੈਂਸੀ ਚੱਲੀ ਸੀ। ਤਕਰੀਬਨ 11 ਲੱਖ ਦੇ ਕਰੀਬ ਬੰਦੇ ਨੂੰ ਉਸ ਸਮੇਂ ਜੇਲ੍ਹ ਜਾਣਾ ਪਿਆ। ਖੈਰ ਕੋਈ ਡਰਦਾ ਬਾਤ ਨਹੀਂ ਸੀ ਪਾਉਂਦਾ। ਇਸ
ਧੱਕੋ ਜ਼ੋਰੀ ਦੇ ਖਿਲਾਫ ਸਿੱਖ ਉੱਠੇ ਨੇ, ਕੁਝ ਬੰਗਾਲੀ ਵੀ ਉੱਠੇ ਸਨ। ਉਸ ਸਮੇਂ ਦਮਦਮੀ ਟਕਸਾਲ ਦੇ ਮੁਖੀ ਸੀ ਸੰਤ ਗਿਆਨੀ ਕਰਤਾਰ ਸਿੰਘ ਖਾਲਸਾ ਭਿੰਡਰਾਂ ਵਾਲੇ। ਉਹ ਹਰਿਮੰਦਰ ਸਾਹਿਬ ਆਏ। ਇੱਥੇ ਸੰਤ ਹਰਚੰਦ ਸਿੰਘ ਲੌਂਗੋਵਾਲ ਉਹਨਾਂ ਨੂੰ ਮਿਲਦੇ ਨੇ। ਸੰਤ ਲੌਂਗੋਵਾਲ ਹੋਣਾ ਦਾ ਚਿਹਰਾ ਲੱਥਾ ਸੀ। ਸੰਤ ਭਿੰਡਰਾਂ ਵਾਲਿਆਂ ਨੇ ਪੁੱਛਿਆ, ਸੰਤ ਜੀ ਕੀ ਕਾਰਨ ਹੈ, ਤੇਰੇ ਦੇ ਉੱਤੇ ਦੁੱਖ ਤਕਲੀਫ ਜਾਪਦੀ ਹੈ, ਬੜਾ ਸ਼ਿਕਨ ਜਾਪਦਾ ਹੈ। ਤੋ ਸੰਤ ਲੌਂਗੋਵਾਲ ਆਖਣ ਲੱਗੇ, ਦੇਖੋ ਜੀ ਐਮਰਜੈਂਸੀ ਹੈ, ਸਾਨੂੰ ਹੱਕੀ ਮੰਗਣ ਦਾ ਵੀ ਹੱਕ ਨਹੀਂ ਰਿਹਾ। ਗਿਰਫਤਾਰੀਆਂ ਦਾ ਦੌਰ ਆਪਾਂ ਚਲਾਇਆ ਹੋਇਆ, ਆਵਾਜ਼ ਉਠਾਈ ਹੋਈ ਹੈ, ਪਰ ਖੁਸ਼ੀ ਨਾਲ ਕੋਈ ਗਿਰਫਤਾਰੀ ਨਹੀਂ ਦੇਣੀ ਚਾਹੁੰਦਾ। ਔਰ ਉਧਰੋਂ ਦਸੰਬਰ ਦੇ ਵਿੱਚ ਦੀਨ ਦੁਨੀਆ ਦੇ ਮਾਲਕ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਦਾ 300 ਸਾਲਾ ਸ਼ਹੀਦੀ ਦਿਹਾੜਾ ਆ ਰਿਹਾ ਹੈ 1975 ਦੇ ਵਿੱਚ ਹੀ। ਤੋ ਅਸੀਂ ਸਿੱਖੀ ਨੂੰ ਪ੍ਰਫੁੱਲਤ ਕਰਨ ਦੇ ਲਈ ਸਮਾਗਮ ਕਰਨੇ ਨੇ, ਐਮਰਜੈਂਸੀ ਹੈ, ਮਜਬੂਰੀ ਹੈ, ਕੁਝ ਨਹੀਂ ਕਰ ਪਾ ਰਹੇ। ਸੰਤ ਕਰਤਾਰ ਸਿੰਘ ਹੁਣਾਂ ਨੇ ਆਖਿਆ ਸੀ, ਸੰਤ ਲੌਂਗੋਵਾਲ ਜੀ ਹੌਸਲਾ ਨਾ ਹਾਰੋ, ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੀ ਕਿਰਪਾ ਹੋਵੇਗੀ, ਸੰਗਤਾਂ ਦੇ ਜਥੇ ਲਾਮਬੱਧ ਕੀਤੇ ਜਾਣਗੇ, ਸਿੱਖੀ ਵੀ ਪ੍ਰਫੁੱਲਤ ਰਹੇਗੀ ਤੇ ਜੇਲਾਂ ਵੀ ਭਰ ਦਿੱਤੀਆਂ ਜਾਣਗੀਆਂ। ਸੋ ਮਾਨਵਤਾ ਦਾ ਕਾਣ ਹੁੰਦਾ ਵੇਖ ਕੇ ਸੰਤਾਂ ਨੇ ਫਿਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ਼੍ਰੋਮਣੀ ਅਕਾਲੀ ਦਲ, ਸਿੱਖ ਸੰਪਰਦਾਵਾਂ ਸੰਗਤਾਂ ਦਾ ਸਾਥ ਲੈ ਕਰਕੇ ਪ੍ਰਚਾਰ ਪ੍ਰਸਾਰ ਆਰੰਭ ਕੀਤਾ। 37 ਦੇ ਕਰੀਬ ਨਗਰ ਕੀਰਤਨ ਜਲੂਸ ਉਦੋਂ ਕੱਢੇ, ਲੱਖਾਂ ਦੀ ਗਿਣਤੀ ਵਿੱਚ ਸੰਗਤਾਂ ਇਕੱਠੀਆਂ ਕਰ ਕਰਕੇ, ਜਦੋਂ 4 ਬੰਦੇ ਨਹੀਂ ਸੀ ਇੰਦਰਾ ਦੇ ਹੁਕਮ ਕਰਕੇ ਐਮਰਜੈਂਸੀ ਵਿੱਚ ਇਕੱਠੇ ਹੋ ਸਕਦੇ। ਔਰ ਇੱਕ ਨਾਰਾ ਬੁਲੰਦ ਕੀਤਾ, ਮੇਰਾ ਸਿਰ ਜਾਵੇ ਤਾਂ ਜਾਵੇ, ਮੇਰਾ ਸਿੱਖੀ ਸਿਦਕ ਨਾ ਜਾਵੇ। ਇਸ ਨਾਰੇ ਨੇ ਰੂਹ ਫੂਕ ਦਿੱਤੀ ਸਿੱਖ ਕੌਮ ਦੇ ਅੰਦਰ। ਇੰਦਰਾ ਗਾਂਧੀ ਦਾ ਸੱਤਾ ਦਾ ਕੋਈ ਖਾਲਸਿਆਂ ਨੂੰ ਡਰ ਨਾ ਰਿਹਾ। ਵੇਖੋ ਬਾਣੀ ਦਾ ਫਰਮਾਨ ਹੈ, ਜਿਸ ਪ੍ਰਭ ਆਪਣਾ ਕਿਰਪਾ ਕਰੈ, ਸੋ ਸੇਵਕ ਕਹੋ ਕਿਸ ਤੇ ਡਰੈ। ਜਿਹਦੇ ਤੇ ਗੁਰੂ ਨਾਨਕ ਦੀ ਕਿਰਪਾ ਹੈ, ਅਕਾਲ ਪੁਰਖ ਦੀ ਕਿਰਪਾ ਹੈ, ਉਹਦੀ ਖਲੜੀ ਵਿੱਚ ਡਰ ਨਹੀਂ ਰਹਿੰਦਾ, ਨਾ ਇੰਦਰਾ ਦਾ ਤੇ ਨਾ ਪ੍ਰਤੱਖ ਕਾਲ ਦਾ ਹੀ ਡਰ ਰਹਿੰਦਾ ਹੈ। ਸਿੱਖੀ ਬੁਲੰਦ ਹੋਣ ਲੱਗੀ। ਬੜੀ ਨਿਡਰ ਹਸਤੀ ਸੀ ਸੰਤਾਂ ਦੀ। ਉਸੇ ਹੀ ਸਾਲ 1975 ਵਿੱਚ ਜਦੋਂ 22 ਦਸੰਬਰ ਵਾਲੇ ਦਿਨ ਦਿੱਲੀ ਦੇ ਵਿੱਚ ਲੱਖਾਂ ਦਾ ਇਕੱਠ ਹੋਇਆ, ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਦਾ ਅਗੰਮੀ ਦਿਵਸ ਮਨਾਇਆ ਜਾਣ ਲੱਗਾ। ਇੰਦਰਾ ਗਾਂਧੀ ਲਾਮ ਲਸ਼ਕਰ ਲੈ ਕੇ ਸਿਰ ਝੁਕਾਉਣ ਪਹੁੰਚੀ ਹੈ। ਸੰਤ ਕਰਤਾਰ ਸਿੰਘ ਗੁਰੂ ਕੀ ਹਜ਼ੂਰੀ ਵਿੱਚ ਤਾਬਿਆ ਵਿੱਚ ਬੈਠੇ ਸਨ। ਜਦੋਂ ਦਿੱਲੀ ਦਾ ਤਖਤ ਆ ਕੇ ਨਿਵਿਆ, ਇੰਦਰਾ ਗਾਂਧੀ ਨੂੰ ਸਮਾਂ ਮਿਲਿਆ, ਉਹਨੇ ਗਲੂਏ ਚੋਂ ਬੋਲ ਕੱਢੇ, ਜਿਸ ਦਿੱਲੀ ਤਖਤ ਨੇ ਕਦੇ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਮੌਤ ਦਾ ਫਰਮਾਨ ਜਾਰੀ ਕੀਤਾ, ਗੁਰਾਂ ਨੂੰ ਸ਼ਹੀਦ ਕੀਤਾ, ਅੱਜ ਉਹ ਦਿੱਲੀ ਤਖਤ ਗੁਰਾਂ ਦਾ ਅਹਿਸਾਨ ਉਤਾਰਨ ਦੇ ਲਈ, ਕਿਉਂਕਿ ਉਹਨਾਂ ਤਿਲਕ ਜੰਜੂ ਨੂੰ, ਸਨਾਤਨ ਮਤ ਨੂੰ ਰੱਖਿਆ ਏ, ਸਿਰ ਝੁਕਾਉਣ ਇੱਥੇ ਪਹੁੰਚਿਆ ਹੈ। ਸੰਤ ਕਰਤਾਰ ਸਿੰਘ ਹੁਣਾਂ ਨੂੰ ਬੋਲਣ ਦਾ ਸਮਾਂ ਮਿਲਿਆ। ਕਹਿੰਦੇ, ਬੀਬੀ ਇੰਦਰਾ ਗਾਂਧੀ ਇੱਕ ਗੱਲ ਸੁਣ ਕੇ ਜਾਈ। ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਸੀਸ ਦਿੱਤਾ, ਤਿਲਕ ਜੰਜੂ ਦੀ ਰੱਖਿਆ ਹੋਈ। ਜੇ ਕਿਧਰੇ ਉਹ ਸੀਸ ਨਾ ਦਿੰਦੇ ਤੇ ਅੱਜ ਤੂੰ ਮਾਈ ਸਾੜੀ ਪਾ ਕੇ ਨਾ ਆਉਂਦੀ, ਇਸ ਸਮਾਗਮ ਵਿੱਚ ਬੁਰਕਾ ਪਾ ਕੇ ਆਉਂਦੀ। ਇਹ ਤਾਂ ਕਿਹਾ ਜਾ ਸਕਦਾ ਹੈ ਵੀ ਗੁਰਾਂ ਦੇ ਦਰ ਤੇ ਸ਼ੁਕਰੀਆ ਅਦਾ ਕਰਨ ਤੂੰ ਆਈ ਹੈ। ਜਿਹੜਾ ਕਿਹਾ ਨਾ ਵੀ ਗੁਰਾਂ ਦਾ ਅਹਿਸਾਨ ਲਾਉਣ ਆਈ ਹੈ, ਤੂੰ ਇੱਕ ਸਿਰ ਝੁਕਾਇਆ ਹੈ। ਭਾਰਤ ਵਰਸ਼ ਦੇ ਸਮੁੱਚੇ ਬਸ਼ਿੰਦੇ ਜਿੰਨੇ ਵੀ ਸਰੀਰ ਤੇ ਰੋਮ ਹੁੰਦੇ ਨੇ, ਕੇਸ ਹੁੰਦੇ ਨੇ, ਓਨੀ ਵਾਰ ਤੁਸੀਂ ਸਾਰੇ ਆਪਣਾ ਸਿਰ ਕਲਮ ਕਰਕੇ ਗੁਰੂ ਤੇਗ ਬਹਾਦਰ ਦੇ ਚਰਨਾਂ ਵਿੱਚ ਵੀ ਰੱਖ ਦਿਓ ਤੇ ਤੁਸੀਂ ਗੁਰੂ ਦਾ ਅਹਿਸਾਨ ਨਹੀਂ ਲਾ ਸਕਦੇ। ਇਹ ਸੱਚੇ ਸੰਤ ਦੇ ਬੋਲ ਸਨ। ਬਾਣੀ ਦਾ ਫਰਮਾਨ ਹੈ, ਸੋ ਕਤ ਡਰੈ ਜੇ ਖਸਮ ਸਮਾਰੈ, ਡਰ ਡਰ ਪਚੈ ਮਨ ਮੁਖ ਵਿਚਾਰੈ। ਡਰਦਾ ਉਹ ਹੈ ਜਿਹੜਾ ਮਨਮੁਖ ਹੈ, ਜਿਹੜੇ ਖੁਦ ਖੁਦਾ ਗੁਰੂ ਗੋਬਿੰਦ ਸਿੰਘ ਦੀ ਸ਼ਰਨ ਰਹਿੰਦੇ ਨੇ, ਉਹਨਾਂ ਨੂੰ ਕਿਸੇ ਦਾ ਡਰ ਨਹੀਂ ਰਹਿੰਦਾ। ਸੋ ਐਸੇ ਅਗੰਮੀ ਬੋਲ ਸੰਤਾਂ ਨੇ ਪ੍ਰਗਟ ਕੀਤੇ।
ਸੋਚੀ ਪੈ ਗਈ ਵੀ ਇਹ ਜਵਾਨੀ ਵਿੱਚ ਕਿਹੜਾ ਸਾਧ ਹੈ ਜਿਹੜਾ ਦਿੱਲੀ ਦੇ ਤਖਤ ਨੂੰ ਲਲਕਾਰ ਰਿਹਾ ਹੈ। ਬਸ ਇਹਦਾ ਧਿਆਨ ਦਮਦਮੀ ਟਕਸਾਲ ਵੱਲ ਹੋ ਗਿਆ। ਅਕਾਲੀ ਦਲ ਸ਼੍ਰੋਮਣੀ ਕਮੇਟੀ ਤੇ ਅੱਗੇ ਬੜੀ ਤੰਗੀ ਸੀ ਇਸ ਨੂੰ, ਸੋ ਇਹਦੇ ਜ਼ਿਹਨ ਵਿੱਚ ਖਿਆਲਾਤ ਪ੍ਰਗਟ ਹੋਣ ਲੱਗੇ, ਸਿੱਖਾਂ ਦਾ ਖਾਤਮਾ ਕਿਵੇਂ ਕਰਨਾ ਹੈ, ਇਹਨਾਂ ਦੀਆਂ ਹੱਕੀ ਮੰਗਾਂ ਨਹੀਂ ਮੰਨਣੀਆਂ, ਇਹਨਾਂ ਦਾ ਖੁਰਾ ਖੋਜ ਅਬਦਾਲੀ ਵਾਂਗੂ ਮਿਟਾਉਣਾ ਹੈ। ਸੋ ਜਿੰਨੇ ਵੀ ਦੇਹਧਾਰੀ ਪਖੰਡੀ ਗੁਰੂ ਬਣ ਬੈਠੇ ਸਨ ਉਹਨਾਂ ਨੂੰ ਤਾਕਤ ਦਿੱਤੀ ਗਈ, ਸਿਕਿਉਰਿਟੀ ਦਿੱਤੀ ਗਈ, ਸਿੱਖਾਂ ਦੇ ਵਿੱਚ ਡਿਵਾਈਡ ਐਂਡ ਰੂਲ ਦੀ ਬਾਤ ਪ੍ਰਗਟ ਕੀਤੀ ਗਈ, ਭਾਵਨਾ ਸਿੱਖਾਂ ਦੀ ਖਤਮ ਕੀਤੀ ਜਾਣ ਲੱਗੀ। ਸਭ ਤੋਂ ਵੱਡੀ ਚੋਟ ਜੇ ਸਾਡੇ ਤੇ ਹੋਈ ਪਖੰਡੀ ਗੁਰੂਆਂ ਵੱਲੋਂ ਤੇ ਉਹ ਸੀ ਨਿਰੰਕਾਰੀ ਗੁਰਬਚਨ ਸਿੰਘ ਵੱਲੋਂ। ਇੰਦਰਾ ਗਾਂਧੀ ਦੇ ਹੁਕਮ ਦੇ ਵਿੱਚ ਉਸ ਬਾਬੇ ਨੇ 1978 ਦਾ ਸਮਾਂ, ਉਧਰੋਂ ਵਿਸਾਖੀ ਦਾ ਦਿਹਾੜਾ ਸਿੱਖ ਜਗਤ ਨੇ ਮਨਾਉਣਾ ਹੈ, ਉਧਰੋਂ ਇਹਨੇ ਐਲਾਨ ਕਰ ਦਿੱਤਾ ਮੈਂ ਗੁਰੂ ਗੋਬਿੰਦ ਸਿੰਘ ਦੇ 5 ਪਿਆਰਿਆਂ ਦੀ ਜਗ੍ਹਾ 7 ਸਿਤਾਰੇ ਥਾਪਾਂਗਾ, ਮੈਂ ਗੁਰੂ ਨਾਨਕ ਦਾ ਅਵਤਾਰ ਹਾਂ। ਗੁਰੂ ਗ੍ਰੰਥ ਸਾਹਿਬ ਦੇ ਪਾਵਨ ਅੰਗਾਂ ਤੇ ਕਦਮ ਰੱਖੇ ਗਏ, ਇਹਦੇ ਵੱਲੋਂ ਮਹਾਰਾਜ ਦੀ ਬੇਅਦਬੀ ਕੀਤੀ ਗਈ। ਸੰਤ ਜਰਨੈਲ ਸਿੰਘ ਹੁਣੀ ਦਮਦਮੀ ਟਕਸਾਲ ਦੇ ਮੁਖੀ ਸਨ। ਸਾਰੇ ਸਿੱਖ ਜਗਤ ਦੇ ਮਹਾਪੁਰਸ਼ਾਂ ਵੱਲੋਂ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ, ਸ਼੍ਰੋਮਣੀ ਅਕਾਲੀ ਦਲ ਵੱਲੋਂ, ਜਿੰਨੀਆਂ ਵੀ ਸਿੱਖ ਜਗਤ ਦੀਆਂ ਜਥੇਬੰਦੀਆਂ ਸਨ, ਇੱਕ ਆਵਾਜ਼ ਬੁਲੰਦ ਕੀਤੀ ਗਈ ਵੀ ਇਹ ਤੂੰ ਗੁਨਾਹ ਕਰ ਰਿਹਾ ਹੈ, ਤੂੰ ਕਰਮ ਨਹੀਂ ਕਰੇਗਾ। ਸਰਕਾਰ ਨੂੰ ਗੁਹਾਰ ਲਾਈ ਗਈ ਵੀ ਇਸ ਪਾਪ ਤੋਂ ਨਿਰੰਕਾਰੀਆਂ ਨੂੰ ਰੋਕਿਆ ਜਾਵੇ, ਪਰ ਸਰਕਾਰ ਦੀ ਸ਼ਹਿ ਸੀ। ਸ਼ਾਂਤਮਈ ਸਿੱਖ ਦਮਦਮੀ ਟਕਸਾਲ ਵੱਲੋਂ, ਅਖੰਡ ਕੀਰਤਨੀ ਜਥੇ ਵੱਲੋਂ ਜਾਂ ਹੋਰ ਸਿੱਖ ਸੰਗਤਾਂ ਇਸ ਚੱਲ ਰਹੇ ਪਾਖੰਡ ਦੇ ਡੰਮ ਨੂੰ ਰੋਕਣ ਦੇ ਲਈ ਪ੍ਰੇਮ ਦੇ ਸਹਿਤ ਜਾ ਕੇ ਸਮਝਾਉਣਾ ਚਾਹੁੰਦੇ ਸਨ। ਕਾਫਲਾ ਲੈ ਕੇ ਗਏ, ਅੰਨ੍ਹੇਵਾਹ ਅੱਗੋਂ ਗੋਲੀਆਂ ਦੀ ਵਰਖਾ ਹੋਈ, ਨਿਹੱਤੇ ਸਿੰਘਾਂ ਨੂੰ ਸ਼ਹੀਦ ਕੀਤਾ ਗਿਆ। 13 ਸਿੰਘ ਸ਼ਹੀਦ ਹੋਏ। ਖਾਲਸਾ ਪੰਥ ਰੌਂ ਦੇ ਵਿੱਚ ਆ ਗਿਆ। ਸਜ਼ਾ ਤੇ ਕੀ ਦੇਣੀ ਸੀ ਗੁਰਬਚਨ ਸਿੰਘ ਨੂੰ, ਉਲਟਾ ਕੇਸ ਚਲਾ ਕਰਕੇ ਹਰਿਆਣੇ ਵੱਲ ਆਪਣੇ ਹੀ ਜੱਜ ਲਾ ਕੇ ਰਿਹਾ ਕਰ ਦਿੱਤਾ ਗਿਆ। ਇੱਕ ਪਲ ਦੇ ਲਈ ਵੀ ਸਲਾਖਾਂ ਦੇ ਪਿੱਛੇ ਨਾ ਸੁੱਟਿਆ। ਫਿਰ ਸੰਤ ਜਰਨੈਲ ਸਿੰਘ ਹੋਣਾ ਐਲਾਨ ਕਰ ਦਿੱਤਾ, ਖਾਲਸਾ ਪੰਥ ਗੁਰਾਂ ਦੀ ਬੇਅਦਬੀ ਦਾ, 13 ਸਿੰਘਾਂ ਦੀ ਸ਼ਹਾਦਤ ਦਾ ਜਿਹੜਾ ਫਲ ਹੈ ਭੁਗਤਾ ਲਵੇਗਾ ਇਹਨਾਂ ਜ਼ਾਲਮਾਂ ਨੂੰ। ਇਹ ਐਲਾਨ ਹੋਇਆ। ਫਿਰ ਕਿਸ ਪ੍ਰਕਾਰ ਦੇ ਨਾਲ ਅਗਾਂਹ ਸਿੱਖ ਜਗਤ ਨੇ ਵਿਉਂਤਬੰਦੀ ਘੜੀ ਹੈ। ਕੱਲ੍ਹ ਦੇ ਦੀਵਾਨ ਵਿੱਚ ਆਪ ਸੰਗਤ ਦੇ ਨਾਲ ਸਾਂਝ ਪਾਉਣ ਦਾ ਯਤਨ ਕਰਾਂਗੇ। ਦਾਸ ਇੱਥੇ ਹੀ ਆਪਣੀ ਬਾਣੀ ਨੂੰ, ਆਪਣੇ ਖਿਆਲਾਂ ਨੂੰ ਵਿਸ਼ਰਾਮ ਦਿੰਦਾ ਹੋਇਆ ਆਪ ਸੰਗਤ ਨੂੰ ਬੇਨਤੀ ਕਰਦਾ ਹੈ, ਆਓ ਇਹ 2 ਪੰਕਤੀਆਂ ਪੜ੍ਹ ਕੇ ਆਪਾਂ ਫਤਿਹ ਵੀ ਬੁਲਾਉਣੀ ਹੈ। ਔਰ ਕੱਲ੍ਹ ਨੂੰ 6 ਜੂਨ 1984 ਦੇ ਘੱਲੂ ਘਾਰੇ ਦਾ ਅਗੰਮੀ ਦਿਹਾੜਾ ਹੈ। ਆਪ ਸਰਬੱਤ ਸੰਗਤ ਨੇ ਅਕਾਲ ਤਖਤ ਸਾਹਿਬ ਆ ਕੇ ਸਜਦਾ ਕਰਨਾ ਹੈ, ਸ਼ਹੀਦਾਂ ਦੇ ਚਰਨਾਂ ਵਿੱਚ ਗੁਰਾਂ ਦੀਆਂ ਖੁਸ਼ੀਆਂ ਲੈਣੀਆਂ ਨੇ। ਇੱਥੇ ਦਿਹਾੜਾ ਮਨਾ ਕਰਕੇ ਫਿਰ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲੇ ਦਮਦਮੀ ਟਕਸਾਲ ਦੇ ਮੁੱਖ ਕੇਂਦਰੀ ਸਥਾਨ ਮਹਿਤਾ ਚੌਂਕ ਵਿਖੇ ਸਮਾਗਮ ਚੱਲਣੇ ਨੇ, ਉੱਥੇ ਵੀ ਆਪ ਸੰਗਤਾਂ ਨੇ ਹਾਜ਼ਰੀਨ ਹੋਣਾ ਹੈ। ਆਓ ਜੀ ਵਿਚਾਰ ਨੂੰ ਇੱਥੇ ਹੀ ਆਪਾਂ ਸਮਾਪਤ ਕਰਦੇ ਹਾਂ। ਬੁਲਾਇਆ ਬੋਲੀ ਤੇਰਾ, ਤੂੰ ਸਾਹਿਬ ਗੁਣੀ ਗਹਿਰਾ, ਜਪ ਨਾਨਕ ਨਾਮ ਸੱਚ ਸਾਖੀ, ਆਪਣੇ ਦਾਸ ਕੀ ਪੈਜ ਰਾਖੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।